ਉਪਦੇਸ਼ ਦਿੰਦੇ ਹਨ। ਕੈਸਾ ਉਪਦੇਸ਼ ਦਿੰਦੇ ਆ? ਪੜੋ ਪੰਕਤੀ ਇਹੀ। ਸਾਚ ਰੂਪ ਆਪਣੋ ਪਛਾਨ ਉਪਦੇਸ਼ ਦੇਤ। ਆਪ ਜੀ ਉਪਦੇਸ਼ ਦਿੰਦੇ ਨੇ ਸੰਗਤਾਂ ਨੂੰ, ਜਿਹੜੇ ਬਰਾਗਮਈ ਗੁਰਸਿੱਖ ਸੂਝਵਾਨ ਹਨ, ਜਿਨ੍ਹਾਂ ਦੀ ਬਿਰਤੀ ਬਹੁਤ ਹੀ ਸਤ ਸੰਗੀ ਨਿਰਮਲ ਹੋ ਚੁੱਕੀ ਆ ਸੇਵਾ ਕਰਦਿਆਂ ਦੀ, ਉਹਨਾਂ ਨੂੰ ਸਤ ਸੰਗੀ ਕਹਿਣ ਲੱਗਾ, ਭਾਈ ਸਾਚ ਰੂਪ ਆਪਣੋ ਪਛਾਣ। ਗੁਰਸਿੱਖਾ, ਤੂੰ ਆਪਣਾ ਸੱਚਾ ਰੂਪ ਤਾਂ ਆਪਦਾ ਪਛਾਣ ਲੈ। ਸ਼ੀਸ਼ਿਆਂ ਮੂਹਰੇ ਖੜ ਖੜ ਕੇ ਝੂਠੇ ਰੂਪ ਨੂੰ ਤੂੰ ਦੇਖਦਾ ਰਹਿਣਾ ਹਰ ਵੇਲੇ, ਇਹਦਾ ਮੋਹ ਕਰਦਾ ਦੇਹ ਦਾ। ਤੂੰ ਆਪਣਾ ਸੱਚਾ ਰੂਪ ਨਹੀਂ ਪਛਾਣਦਾ। ਤੂੰ ਆਪਣਾ ਸੱਚਾ ਰੂਪ ਪਛਾਣ, ਇਹ ਤੈਨੂੰ ਉਪਦੇਸ਼ ਦਿੰਦੇ ਹਾਂ। ਪੂਰ ਤੇ ਆਹੰਤਾ ਤਾਤ ਕਾਲ ਬਿਨ ਸਾਵਈ। ਕਹਿੰਦਾ ਜੀ ਮੈਨੂੰ ਸੱਚੇ ਰੂਪ ਦਾ ਕਿਵੇਂ ਪਤਾ ਲੱਗੇ? ਦੇਹ ਤਾਂ ਦੇਵ ਨਹੀਂ ਦੀਦੀ, ਦੇਵੀ ਸ਼ੀਸ਼ੇ ਥਾਂ ਦੀਦਾ ਚਿਹਰਾ। ਉਹ ਤਾਂ ਆਪਾਂ ਇੱਕ ਦੂਜੇ ਦਾ ਚਿਹਰਾ ਦੇਖ ਸਕਦੇ, ਆਪਣੇ ਆਪ ਆਪਣਾ ਚਿਹਰਾ ਨਹੀਂ ਦੇਖ ਸਕਦੇ। ਕੂੜ ਤੇ ਆਹੰਤਾ ਤਾਤ ਕਾਲ ਬਿਨ ਸਾਵਈ। ਇੱਕ ਮਹਾਰਾਜ ਉਪਦੇਸ਼ ਦੇਣ ਲੱਗੇ, ਜੇ ਸਿੱਖਾ ਤੂੰ ਆਪਣਾ ਅਸਲੀ ਸਰੂਪ ਦੇਖਣਾ ਨਾ, ਜਿਹੜੇ ਜਿੱਥੇ ਜੰਮਣ ਮਰਨ ਨਹੀਂ ਹੈ, ਜਿੱਥੇ ਕੋਈ ਦੁੱਖ ਨਹੀਂ ਹੈ, ਤਾਂ ਫਿਰ ਇਉਂ ਕਰ, ਦੇਰ ਨਾ ਲਾਈ ਤਾਤ ਕਾਲ, ਛੇਤੀ ਤੋਂ ਛੇਤੀ ਝੂਠ ਬੋਲਣਾ ਤੇ ਹੰਗਤਾ ਛੱਡ ਦੇ। ਆਪਾਂ ਬਹੁਤ ਸਾਰੇ ਸਤ ਸੰਗਤ ਜੀ ਸ਼ਰਧਾਲੂ ਲੋਕ ਭੋਲੇ ਭਾਲੇ ਸਾਧੂਆਂ ਕੋਲੇ ਜਾਂਦੇ ਨੇ, ਕਹਿੰਦੇ ਵੀ ਤੁਸੀਂ ਮਹਾਰਾਜ ਨੂੰ ਛੱਡ ਕੇ ਸਾਧੂਆਂ ਕੋਲੇ, ਕਹਿੰਦੇ ਜੀ ਉਹਨਾਂ ਕੋਲੇ ਮੁਕਤੀ ਦੀ ਜੁਗਤੀ ਹੈ। ਸੋ ਸਾਧ ਸੰਗਤ ਜੀ, ਇੱਥੇ ਗੁਰੂ ਘਰ ਵਿੱਚ ਵੀ ਤੁਹਾਡੇ ਘਰ ਵਿੱਚ ਪਦਾਰਥ ਹੈ। ਮਹਾਰਾਜ ਉਪਦੇਸ਼ ਇਹ ਦਿੰਦੇ ਨੇ ਕਿ ਭਾਈ ਇੱਕ ਤਾਂ ਝੂਠ ਬੋਲਣਾ ਛੱਡ ਦੇ, ਇੱਕ ਹੰਗਤਾ ਛੱਡ ਦੇ। ਭੁੱਲ ਕੇ ਝੂਠ ਨਾ ਬੋਲੀ ਤੇ ਹਉਮੈ ਦਾ ਤਿਆਗ ਕਰ ਦੇ। ਇਹ ਦੋਨੋਂ ਫਿਰ ਸਿੱਖ ਕਮਜ਼ੋਰ ਹੈ। ਬੇਨਤੀ ਕਰਦਾ ਮਹਾਰਾਜ, ਮੇਰੇ 'ਚ ਇਹ ਬਲ ਨਹੀਂ ਮੈਂ ਝੂਠ ਛੱਡ ਸਕਾਂ, ਮੇਰੇ 'ਚ ਇਹ ਬਲ ਨਹੀਂ ਮੈਂ ਹਉਮੈ ਤਿਆਗ ਦੇਵਾਂ। ਪੈਰ ਪੈਰ ਤੇ ਹਉਮੈ ਫੁਰਦੀ ਹੈ। ਮਹਾਰਾਜ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ। ਸਤਿਗੁਰੂ ਜੀ ਸਤ ਸੰਗਤ ਜੀ ਆਪਣੇ ਕਮਾਈ ਦੇ ਬਲ ਨਾਲ ਗੁਰਸਿੱਖ ਦੇ ਅੰਦਰੋਂ ਝੂਠ ਬੋਲਣ ਦੀ ਆਦਤ, ਹਉਮੈ ਦੀ ਆਦਤ, ਇਹ ਦੋਨੋਂ ਨਾਸ ਕਰ ਦਿੰਦੇ ਨੇ। ਚੇਤਨ ਬਤਾਏ ਕਿ ਅਚੇਤ ਕੋ ਤਿਆਗ ਕਰ। ਇਹ ਹੈ ਉਪਦੇਸ਼। ਜੇ ਕਹੀਏ ਗੁਰੂ ਕੇ ਉਪਦੇਸ਼ ਕੀ ਦਿੰਦੇ ਹਨ? ਚੇਤਨ ਬਤਾਏ ਕਿ ਅਚੇਤਨ ਕੋ ਤਿਆਗ ਕਰ। ਨਾਲੇ ਕਹਿੰਦੇ ਲੈ ਹੁਣ ਤੂੰ ਇਉਂ ਕਰ ਭਾਈ, ਜੜ ਨੂੰ ਤਿਆਗ ਦੇ, ਚੇਤਨ ਨੂੰ ਗ੍ਰਹਿਣ ਕਰ ਲਾ। ਪੂਰਵੋਕਤ ਵੀ ਆਪਾਂ ਕਈ ਵਾਰੀ ਵਿਚਾਰਿਆ, ਆ ਸਾਰੇ ਸੰਸਾਰ ਨੂੰ ਆਪਾਂ ਪ੍ਰਪੰਚ ਕਹਿੰਦੇ ਹਾਂ। ਇਹ ਪਰ ਵਿਸ਼ੇਸ਼ ਕਰਕੇ ਪੰਜਾਂ ਤੋਂ ਬਣਿਆ ਕਰਕੇ ਇਹਨੂੰ ਪ੍ਰਪੰਚ ਕਿਹਾ ਜਾਂਦਾ। ਸਤ ਸੰਗਤ ਜੀ, ਤਿੰਨ ਅੰਸ਼ਾਂ ਇਹਦੇ ਵਿੱਚ ਵਾਹਿਗੁਰੂ ਦੀਆਂ ਨੇ, ਦੋ ਅੰਸ਼ਾਂ ਮਾਇਆ ਦੀਆਂ ਨੇ। ਨਾਮ ਤੇ ਰੂਪ ਮਾਇਆ ਦੀਆਂ ਅੰਸ਼ਾਂ ਨੇ, ਤੇ ਸਤ ਚੇਤਨ ਆਨੰਦ ਤਿੰਨ ਅੰਸ਼ਾਂ ਵਾਹਿਗੁਰੂ ਦੀਆਂ ਨੇ। ਸੱਚਾ ਸਰੂਪ ਆਪ ਦਾ ਪਛਾਣਨ ਵਾਸਤੇ ਸਿੱਖ ਨੂੰ ਸਮਝਾ ਦਿੰਦੇ ਨੇ ਵੀ ਤੈਨੂੰ ਨਾਮ ਰੂਪ ਤੋਂ ਬਿਰਤੀ ਚੱਕ ਲਾ ਭਾਈ। ਨਾਮ ਰੂਪ ਤੋਂ ਬਿਰਤੀ ਜਿੰਨਾ ਚਿਰ ਨਹੀਂ ਚੱਕੇਗਾ, ਤੈਨੂੰ ਆਪਣਾ ਆਤਮ ਸਰੂਪ ਅਸਲੀ ਨਹੀਂ, ਤੈਨੂੰ ਉਹਦਾ ਗਿਆਨ ਨਹੀਂ ਹੋਣਾ ਹੈ। ਸੋ ਨਾਮ ਰੂਪ ਸਤ ਸੰਗੀ ਮਾਇਆ ਹੈ। ਜਿਤਨਾ ਆਪਾਂ ਪਸਾਰਾ ਦੇਖਦੇ ਹਾਂ, ਇਹਦਾ ਆਕਾਰਤਾ ਹੈ, ਸਾਰੀਆਂ ਵਸਤੂਆਂ ਦੇ ਆਕਾਰ ਨੇ ਔਰ ਉਹਨਾਂ ਦੇ ਨਾਮ ਵੀ ਹੈਗੇ, ਚਾਹੇ ਆਪਾਂ ਜਾਣਦੇ ਹੋਈਏ ਚਾਹੇ ਨਾ। ਲੇਕਿਨ ਸਤ ਸਰੂਪ, ਚੇਤਨ ਸਰੂਪ ਔਰ ਆਨੰਦ ਸਰੂਪ। ਆਨੰਦ ਨਹੀਂ ਕਦੇ ਦੇਖਿਆ, ਅਨੁਭਵ ਮਾੜਾ ਜਿਹਾ ਹੁੰਦਾ, ਉਹ ਵੀ ਪਦਾਰਥਾਂ ਦਾ ਆਨੰਦ। ਸਿਮਰਨ ਦਾ ਆਨੰਦ ਤਾਂ ਕੋਈ ਬਿਰਲੇ ਨੂੰ ਹੀ ਹੈ। ਇਸੇ ਤਰ੍ਹਾਂ ਸਤ ਸੰਗਤ ਜੀ ਚੇਤਨ, ਆ ਜਿਹੜੀ ਹਿਲ ਚੁਲ ਹੋ ਰਹੀ ਹੈ, ਜੋ ਸ਼ਕਤੀ ਹੈ, ਹੱਥ ਹਿਲਦਾ ਹੈ, ਹੱਥ ਦੀਂਦਾ ਹੈ, ਪਕੜਦਾ, ਲੇਕਿਨ ਜਿਹੜੀ ਸ਼ਕਤੀ ਨਾਲ ਪਕੜਿਆ ਉਹ ਤਾਂ ਦਿਸ ਨਹੀਂ ਰਹੀ। ਇਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਸੰਸਾਰ ਸੱਚਾ ਪ੍ਰਤੀਤ ਹੋ ਰਿਹਾ। ਗੁਰਬਾਣੀ ਦੇ ਆਸਰੇ ਸਾਰੇ ਕਹੀ ਜਾਂਦੇ ਸੰਸਾਰ ਝੂਠਾ ਜੀ, ਝੂਠਾ ਜੀ, ਝੂਠਾ। ਮੂੰਹ ਤੋਂ ਕਹੀ ਜਾਂਦੇ ਆ, ਲੇਕਿਨ ਹਿਰਦੇ 'ਚ ਤਾਂ ਭਰੋਸਾ ਨਹੀਂ ਆਇਆ ਵੀ ਇਹ ਝੂਠਾ। ਸੰਸਾਰ ਜੇ ਸੱਚਾ, ਜੇ ਝੂਠਾ ਹੋਵੇ ਤਾਂ ਆਪਾਂ ਇਹਦੀ ਪਕੜ 'ਚ ਕਿਉਂ ਆਈਏ? ਇਸ ਕਰਕੇ ਤਿੰਨ ਆਸਾਂ ਪਰਮੇਸ਼ਰ ਦੀਆਂ ਨੇ, ਦੋ ਮਾਇਆ ਦੀਆਂ ਨੇ। ਸੱਚ ਸਰੂਪ ਨੂੰ ਮਹਾਰਾਜ ਗ੍ਰਹਿਣ ਕਰ ਦਿੰਦੇ ਨੇ ਤਿੰਨਾਂ ਨੂੰ, ਨਾਮ ਤੇ ਰੂਪ ਦਾ ਤਿਆਗ ਕਰਾ ਦਿੰਦੇ ਨੇ। ਇਹ ਉਪਦੇਸ਼ ਦਿੰਦੇ ਨੇ ਮਹਾਰਾਜ। ਸੂਖਮ ਸਮਤ ਤੇ ਅਲਖ ਕੋ ਲਖਾਵਈ। ਇਹ ਜਿੰਨਾ ਚਿਰ ਝੂਠ ਤੇ ਹਉਮੈ ਨਹੀਂ ਨਾ ਅੰਦਰੋਂ ਨਿਕਲਦੀ, ਉਹਨਾਂ ਚਿਰ ਸਤ ਸੰਗਤ ਜੀ ਆ ਝੂਠ ਉਹਦਾ ਤਿਆਗ ਨਹੀਂ ਹੁੰਦਾ, ਜੜ ਮਾਇਆ ਦਾ, ਤੇ ਚੇਤਨ ਦਾ ਲਖਤਾ ਨਹੀਂ ਹੁੰਦੀ ਹੈ। ਹਾਂਜੀ, ਇਹੀ ਪੰਕਤੀ ਫੇਰ ਪੜੋ। ਸੂਖਮ ਸਮਤ ਤੇ ਅਲਖ ਕੋ ਲਖਾਵਈ। ਸੂਖਮ ਸਮਤ, ਸੂਖਸ਼ਮ ਬਰੀਕ ਸ੍ਰੇਸ਼ਟ ਮਤੀ ਹੋ ਜਾਣੀ, ਉਹ ਤੁਸੀਂ ਅਨੁਭਵ ਕਰ ਲਓ। ਸਾਰੀ ਦੇਹ ਵਿੱਚ
ਸਭ ਤੋਂ ਅਮੋਲਕ ਵਸਤੂ ਆਪਣੇ ਕੋਲ ਬੁੱਧੀ ਹੈ। ਇੰਦਰੀਏ ਜਿੱਥੇ ਹਨ ਉਦੋਂ ਉੱਤੇ ਮਨ ਹੈ। ਮਨ ਇਹਨਾਂ ਤੇ ਕੰਟਰੋਲ ਕਰਦਾ ਇੰਦਰੀਆਂ ਤੇ, ਲੇਕਿਨ ਮਨ ਤੋਂ ਬੁੱਧੀ ਉਦੋਂ ਵੀ ਉੱਤੇ ਹੈ। ਵਧੇਰ ਆਤਮਾ ਮਹਾਨ ਪਰ ਹੈ, ਜਿਹੜਾ ਅਸਲੀ ਸਰੂਪ ਹੈ ਉਹ ਬੁੱਧੀ ਤੋਂ ਵੀ ਉੱਤੇ ਹੈ। ਸੋ ਸਾਧ ਸੰਗਤ ਜੀ, ਜਦੋਂ ਕੋਈ ਆਦਮੀ ਕੰਮ ਕਰਦਾ ਨਾ ਪੁੱਠਾ, ਉਹ ਬਚ ਜਾਵੇ, ਕਹਿੰਦਾ ਵੀ ਮੈਂ ਕਰ ਤਾਂ ਲੈਣਾ ਸੀ, ਮਨ ਕਹਿੰਦਾ ਸੀ, ਮੇਰੇ ਅੰਦਰੋਂ ਹੀ ਆਵਾਜ਼ ਆ ਗਈ ਵੀ ਨਾ ਕਰ। ਅੰਦਰੋਂ ਰੱਬ ਨੇ ਆਵਾਜ਼ ਨਹੀਂ ਦਿੱਤੀ, ਉਹ ਬੁੱਧੀ ਨੇ ਸਮਝਾਇਆ। ਜਿਵੇਂ ਕੋਈ ਪਤੀ ਕ੍ਰਿਸ਼ਨਾ ਸ਼ਰਾਬ ਪੀਂਦਾ, ਉਹ ਬੀਬੀ ਹੱਥ ਜੋੜਦੀ ਹੈ, ਪਤੀ ਮੈਂ ਤੈਨੂੰ ਕੁਝ ਕਹਿ ਵੀ ਨਹੀਂ ਸਕਦੀ, ਮੈਂ ਤੇਰੀ ਦਾਸੀ ਹੈ, ਪਰ ਦੇਖ ਮੇਰੀ ਬੇਨਤੀ ਮੰਨ ਲੈ, ਤੂੰ ਇਹ ਨਾ ਪੀ। ਐ ਬੁੱਧੀ ਸਮਝਾਉਂਦੀ ਹੈ ਮਨ ਨੂੰ, ਤੂੰ ਕਲੱਛਣਾ ਹੈ, ਤੂੰ ਜਾਣ ਦੇ, ਫਿਰ ਦੁੱਖ ਆਊ, ਫਿਰ ਤੈਨੂੰ ਹੀ ਰੋਣਾ ਪੈਣਾ, ਮੈਨੂੰ ਵੀ ਨਾਲੇ ਘਸੀਟੇਗਾ। ਮਨ ਤੇ ਬੁੱਧੀ ਦਾ ਇੰਨਾ ਆਪਸ ਵਿੱਚ ਹੀ ਸੱਚੀ ਸੰਬੰਧ ਹੈ। ਬੁੱਧੀ ਕਦੇ ਵੀ ਪੁੱਠੇ ਪਾਸੇ ਨੂੰ ਨਹੀਂ ਸੋਚਦੀ, ਜਦੋਂ ਪੁੱਠੇ ਪਾਸੇ ਸੋਚੇਗਾ ਤਾਂ ਮਨ ਹੀ ਸੋਚੇਗਾ। ਸੋ ਸੱਚੀ ਸੂਖਮ ਸਮਤ ਤੇ ਜਦੋਂ ਝੂਠ ਛੱਡ ਦਿੱਤਾ ਤੇ ਹਉਮੈ ਛੱਡ ਦਿੱਤੀ, ਬੁੱਧੀ ਜਦੇ ਹੀ ਸੂਖਸ਼ਮ ਹੋ ਜਾਣੀ ਆ ਗੁਰਸਿੱਖ ਦੀ, ਜਦੇ ਹੀ ਸੇਠ ਮੱਤ ਹੋ ਜਾਣੀ ਆ। ਇਹਦੇ 'ਚ ਫੁਰਨੇ ਜਿਹੜੇ ਵਿਕਾਰਾਂ ਦੇ ਨੇ ਉਹ ਹਟ ਜਾਣਗੇ। ਉਹ ਜਦੋਂ ਸੂਖਮ ਸਮਤ ਹੋ ਗਈ ਨਾ ਮਹਾਰਾਜ ਦੀ ਸੰਗਤ ਦੇ ਬਾਣੀ ਦੇ ਆਸਰੇ, ਸੂਖਮ ਸਮਤ ਤੇ ਲੱਖ ਕੋ ਲਖਾਵੈ, ਉਹ ਜਿਹੜਾ ਲੱਖ ਜਿਹਨੂੰ ਵੇਦ ਸ਼ਾਸਤਰ ਵੀ ਦੱਸ ਨਹੀਂ ਸਕੇ, ਨਹੀਂ ਜਾਣਿਆ ਜਾਂਦਾ, ਉਹਨੂੰ ਸਤ ਸੰਗੀ ਲਿਖਾ ਦਿੰਦੇ ਆ ਗੁਰੂ ਸਾਹਿਬ। ਇਹ ਹੈ ਉਪਦੇਸ਼ ਬਰਕਤ। ਜੇ ਕੋਈ ਕਹੇ ਕੜਕ ਦੇਣੇ ਗੁਰਦਾਰੇ ਜਾਂਦੇ, ਕੀ ਉਪਦੇਸ਼ ਹੈ ਗੁਰੂ ਕਾ, ਕੀ ਲਿਆ ਤੁਸੀਂ? ਭਾਈ ਉਪਦੇਸ਼ ਆਨੰਦ ਬਿਲੰਦ ਕੇ ਉਦਤ ਮੈਂ ਸਮਾਏ ਕਰ। ਫਿਰ ਗੁਰਸਿੱਖ ਸਤ ਸੰਗਤ ਜੀ ਕਿੱਥੇ ਸਮਾਉਂਦਾ? ਬੜੇ ਭਾਰੀ ਆਨੰਦ ਵਿੱਚ ਸਮਾ ਜਾਂਦਾ, ਉਹਨੂੰ ਬ੍ਰਹਮ ਆਨੰਦ ਕਹਿੰਦੇ ਆ। ਉਹ ਬ੍ਰਹਮ ਗਿਆਨੀਆਂ ਨੂੰ ਪਤਾ ਭਾਈ, ਜੀਵਨ ਮੁਕਤ ਗੁਰਮੁਖਾਂ ਨੂੰ ਪਤਾ ਹੈ। ਸਿੱਖ ਕੋ ਆਧਾਰ ਬੰਦ ਗਾੜੇ ਛਟਤਾ ਵਈ, ਐ ਭਾਈ ਸਿੱਖ ਦੀ ਕਲਿਆਣ ਕਰਦੇ ਨੇ, ਸਿੱਖ ਨੂੰ ਉਧਾਰ ਦਿੰਦੇ ਨੇ। ਔਰ ਗਾੜੇ ਜਿਹੜੇ ਤਕੜੇ ਜਨਮਾਂ ਬੰਧਨ ਪਏ ਹੋਏ ਨੇ, ਹੰਗਤਾ ਮਮਤਾ ਦੀਆਂ ਬੇੜੀਆਂ ਪਈਆਂ ਹੋਈਆਂ, ਇਹਨਾਂ ਨੂੰ ਤੋਂ ਬੰਦ ਖਲਾਸੀ ਕਰਾ ਦਿੰਦੇ ਨੇ। ਏਕ ਅਸਤ ਭਾਂਤ ਪਰੇ ਸਰਬ ਥਾ ਸੰਤੋਖ ਸਿੰਘ। ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖੋ, ਇੱਕ ਉਹੀ ਜਿਹੜਾ ਆਪਾਂ ਪਹਿਲਾਂ ਵਿਚਾਰ ਰਹੇ ਹਾਂ, ਸਤ ਚੇਤਨ ਆਨੰਦ ਅਸਤੀ ਭਾਂਤੀ ਪ੍ਰੇਤਾ, ਇੱਕੋ ਸਤ ਚੇਤਨ ਆਨੰਦ ਨੂੰ ਹੀ, ਉਸੇ ਬ੍ਰਹਮ ਨੂੰ ਹੀ ਤੱਕਦਾ ਗੁਰਸਿੱਖ। ਨਮੋ ਨਮੋ ਗੁਰ ਔਰ ਠੀਕ ਠਹਿਰਾਵਈ। ਨਮਸਕਾਰ ਕਰੀਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ, ਬਾਣੀ ਕਰਕੇ, ਰੋਮ ਰੋਮ ਕਰਕੇ, ਸਰੀਰ ਕਰਕੇ, ਐਨ ਠੀਕ ਗੁਰੂ ਕੇ ਸਿੱਖ ਦੀ ਬਿਰਤੀ ਉੱਥੇ ਟਿਕਾ ਦਿੰਦੇ ਨੇ। ਮੁੜ ਕੇ ਸੱਚ ਦੀ ਬਿਰਤੀ ਨਹੀਂ ਹਿੱਲਦੀ, ਸਰੀਰ ਦੀ ਆਜੂ ਸਮਾਪਤ ਹੋਣ ਤੋਂ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਐ। ਇਹ ਹੈ ਭਾਈ ਉਪਦੇਸ਼। ਦੇਖ ਲਓ, ਇੱਥੇ ਆ ਕੇ ਪ੍ਰਾਪਤ ਹੁੰਦਾ ਹੈ, ਕਿਤੇ ਨਹੀਂ ਮਿਲਦਾ ਗੁਰੂ ਸਾਹਿਬ ਤੋਂ ਬਿਨਾ। ਭੇਤ ਨਾ ਸਜਾਤੀ ਨਾ ਵਿਜਾਤੀ ਨਾ ਸੁਗਤ ਜਾ ਮੈਂ। ਉਹ ਜਿਹੜਾ ਪਰਮੇਸ਼ਰ ਹੈ, ਉਹਦੇ ਵਿੱਚ ਕੋਈ ਭੇਦ, ਕੋਈ ਹੋਰ ਉਹਦੀ ਨਿਰਣਾ ਕਿਹਾ ਜਿਹਾ ਹੈ? ਕਿਉਂ ਹੱਥ 'ਚ ਪਾਉਣ ਵਾਲੀ ਤਾਂ ਵਸਤੂ ਹੈ ਨਹੀਂ ਵੀ ਆਹ ਤੁਹਾਨੂੰ ਫੜਾਤੀ ਰੱਬ ਦੇ ਦਿੱਤਾ। ਜੇ ਆਪਾਂ ਗੁਰੂ ਕੇ ਉਪਦੇਸ਼ ਨੂੰ ਇੱਥੇ ਗੁਰਬਾਣੀ ਦੇ ਆਸਰੇ ਵਿਚਾਰਾਂਗੇ, ਗੁਰਸਿੱਖ ਕਦੇ ਕਿਸੇ ਪਖੰਡੀ ਦੇ ਧੱਕੇ ਨਹੀਂ ਚੜ੍ਹੇਗਾ। ਸਾਧ ਸੰਗਤ ਜੀ, ਮਹਾਰਾਜ ਨੇ ਕੋਈ ਆਪਾਂ ਤੋਂ ਕੋਈ ਲੁਕੋ ਕੇ ਨਹੀਂ ਰੱਖਿਆ। ਘਾਟ ਇਹੀ ਹੈ, ਇੱਕ ਤਾਂ ਮਾੜੇ ਕਰਮਾਂ ਦੀ ਨਿਸ਼ਾਨੀ, ਇੱਕ ਅਸੀਂ ਸੰਗਤ ਵਿੱਚ ਸੂਖਸ਼ਮ ਵਿਚਾਰ ਨੂੰ, ਔਖੀ ਨੂੰ ਸਮਝ ਕੇ ਖੁਸ਼ ਨਹੀਂ ਹਾਂ। ਸੁਤੇ ਸਿੱਧੀ ਹਾ ਹੂ ਕੀਤਾ, ਕਾਏ ਪੀਏ ਗੱਲਾਂ ਬਾਤਾਂ ਮਾਰੀਆਂ, ਤੁਰ ਗਏ। ਸੋ ਇਹੋ ਜਿਹਾ ਸੱਚ ਜੀ ਮੋਲਕ ਮਾਰ ਖਜ਼ਾਨਾ ਰੱਖਿਆ ਹੋਇਆ। ਹੁਣ ਉਹ ਪਰਮੇਸ਼ਰ ਕੈਸਾ ਹੈ? ਪੜੋ ਇਹੀ ਪੰਕਤੀ। ਭੇਤ ਨਾ ਸਜਾਤੀ ਨਾ ਵਿਜਾਤੀ ਨਾ ਸੁਗਤ ਜਾ। ਉਹ ਭਾਈ ਵਾਹਿਗੁਰੂ ਐਸਾ ਹੈ, ਉਹਦੇ 'ਚ ਭੇਤ ਨਹੀਂ ਹੈ, ਭਾਵ ਉਹਦੇ 'ਚ ਭੇਦ ਭਾਵ ਦ્વੈਤ ਨਹੀਂ ਹੈ, ਅੰਤਰਾ ਨਹੀਂ ਹੈ। ਇਸੇ ਕਰਕੇ ਤੁਸੀਂ ਜਿਹੜਾ ਗੁਰਸਿੱਖ ਪਦਵੀ ਨੂੰ ਪਹੁੰਚ ਜਾਂਦਾ ਬ੍ਰਹਮ ਗਿਆਨ ਦੀ, ਉਹਦੇ ਅੰਦਰ ਦ્વੈਸ਼ ਨਹੀਂ ਰਹਿੰਦੀ। ਉਹ ਸਾਰਿਆਂ ਦਾ ਭਲਾ ਲੋਚਦਾ ਹੈ, ਉਹ ਸਾਰਿਆਂ ਦੀ ਆਤਮਾ ਨੂੰ ਆਪਣੀ ਆਤਮਾ ਮੰਨਦਾ ਹੈ। ਸੋ ਸਤ ਸੰਗਤ ਜੀ, ਆਪ ਜੀ ਕੀ ਕਹਿੰਦੇ ਨੇ? ਜਾਤੀ ਸੁਗਾਤੀ, ਸੁਗਤ ਭੇਦ ਤਿੰਨ ਹੁੰਦੇ ਨੇ। ਫਰਕ ਇਹ ਮਾਇਆ ਕਰਕੇ ਨੇ। ਹੁਣ ਇਹ ਦੇਖ ਲਓ, ਆਪਾਂ ਆਪਣੀ ਜਾਤ ਦੇ ਬੰਦੇ ਹੋਰ ਵੀ ਹੈਗੇ, ਮੁਸਲਮਾਨ ਹੈਗੇ, ਦੂਸਰਾ ਕ੍ਰਿਸਚਨ ਹੈਗੇ, ਲੇਕਿਨ ਵਾਹਿਗੁਰੂ ਦੀ ਆਪਣੀ ਜਾਤ ਦਾ ਹੋਰ ਕੋਈ ਨਹੀਂ। ਕੱਲ ਨੂੰ ਕੋਈ ਕਹਿ ਦੇਵੇ ਬਈ ਵਾਹਿਗੁਰੂ ਇੱਕੋ ਹੀ ਆ, ਉਹਦੀ ਜਾਤ ਦਾ ਕੋਈ ਹੋਰ ਵੀ ਹੋਣਾ, ਅਸੀਂ ਉਹਦਾ ਮੰਦਿਰ ਬਣਾ ਲੈਂਦੇ ਹਾਂ ਰੱਬ ਦੇ ਮੁਕਾਬਲੇ ਤੇ। ਨਹੀਂ, ਉਹਦੀ ਜਾਤ ਦਾ ਕੋਈ ਨਹੀਂ। ਵਿਜਾਤੀ ਦੂਜੀ ਜਾਤ, ਜਿਵੇਂ ਗਧੇ ਦੀ ਜਾਤ ਹੋਰ ਹੈ ਕਿਸਮ, ਘੋੜੇ ਦੀ ਵੀ ਆ ਨਾਲ, ਜਾਂ ਗਾਈਆਂ ਅੱਡ ਨੇ, ਮੱਝਾਂ ਅੱਡ ਨੇ,
ਇਹ ਵੀ ਸਤ ਸੰਗ ਜੀ ਅੱਡ ਅੱਡ ਨੇ। ਇਹ ਵੀ ਨਹੀਂ ਹੈ ਕਿ ਵਾਹਿਗੁਰੂ ਦੀ ਕੋਈ ਦੂਜੀ ਜਾਤ ਦਾ ਵੀ ਤਿਸ ਕਾ ਸ਼ਰੀਕ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ। ਉਹ ਵਾਹਿਗੁਰੂ ਦਾ ਕੋਈ ਸ਼ਰੀਕ ਨਹੀਂ ਜਿਹਨੂੰ ਲਵੇ ਲਾ ਕੇ ਸੁਣਾ ਦਈਏ ਵੀ ਆਹ ਰੱਬ ਦਾ ਸ਼ਰੀਕ ਹੈ ਭਾਈ। ਨਾਲ ਹੀ ਸੁਗਤ ਭੇਦ ਵੀ ਨਹੀਂ ਹੈ। ਸੁਗਤ ਭੇਦ ਹੁੰਦਾ ਹੈ ਜਿਵੇਂ ਆਪਣੇ ਕੋਲ ਸਰੀਰ ਹੈ, ਸਰੀਰ ਦੇ ਵਿੱਚ ਸਾਰੇ ਅੰਗ ਮਾਸ ਦੇ ਬਣੇ ਲੇਕਿਨ ਹਨ ਵੱਖਰੇ ਵੱਖਰੇ ਇਹਨਾਂ ਦੇ ਰੂਪ। ਅੱਛਾ, ਸਾਰਿਆਂ ਨਾਲ ਆਪਣਾ ਸਲੂਕ ਵੀ ਇੱਕੋ ਜਿਹਾ ਨਹੀਂ। ਜਿੰਨਾ ਆਪਾਂ ਮੂੰਹ ਨੱਕ ਨੂੰ ਸਮਾਰ ਕੇ ਰੱਖਦੇ ਹਾਂ ਸਤਿਕਾਰ ਨਾਲ, ਕਦੇ ਪੈਰਾਂ ਨੂੰ ਵੀ ਵਿਚਾਰਿਆਂ ਨੂੰ ਰੱਖਿਆ। ਔਰ ਪੈਰਾਂ ਦਾ ਤਾਂ ਬੜਾ ਪਰਉਪਕਾਰ ਹੈ। ਪੈਰ ਜੇ ਨਾ ਹੋਣ ਸਤ ਸੰਗ ਜੀ ਕਾਸੇ ਜੋਗੇ ਵੀ ਨਹੀਂ ਹਾਂ, ਪਿੰਗਲੇ ਹਾਂ। ਲੇਕਿਨ ਉਹਨੂੰ ਚਮੜੇ ਦੀ ਜੁੱਤੀ 'ਚ ਕਦੇ ਸਤ ਸੰਗ ਜੀ ਚਮੜਾ ਦਿਖਾਇਆ ਨਾਸਾਂ ਨੂੰ, ਜਾਂ ਜਿਹੜੀਆਂ ਰੇਸ਼ੇ ਦਾ ਘਰ ਹਨ ਇਹਨਾਂ 'ਚ ਦੁਰਗੰਧੀ ਦਾ ਘਰ ਹੀ ਨੇ ਇਹ। ਇਸੇ ਤਰ੍ਹਾਂ ਵਾਹਿਗੁਰੂ ਦਾ ਇਉਂ ਨਹੀਂ ਤੁਸੀਂ ਕਹਿ ਸਕਦੇ ਨਿਰਗੁਣ ਸਰੂਪ ਦਾ ਵੀ ਆ ਨੱਕ ਹੈ ਜਾਂ ਪੈਰ ਹੈ, ਸਰਗੁਣ ਸਰੂਪ ਦਾ ਸਭ ਕੁਛ ਹੈ। ਸੋ ਇਹਨੂੰ ਕਹਿੰਦੇ ਸੁਗਤ ਭੇਦ। ਕਿਉਂ? ਫਿਰ ਦੁਆਇਸ਼ ਆ ਗਈ ਕਿ ਨਹੀਂ? ਆਪਾਂ ਆਪਣੇ ਸਰੀਰ ਵਿੱਚ ਵੀ ਦੁਆਇਸ਼ ਰੱਖਦੇ ਹਾਂ। ਜੇ ਕੋਈ ਆਪਾਂ ਲੜਨਾ ਪੈ ਜਾਵੇ, ਕਦੇ ਸਿਰ ਮੂਹਰੇ ਕੀਤਾ, ਹੱਥ ਮੂਹਰੇ ਕਰਦੇ ਆ ਅਗਲੇ ਦਾ ਬਾਹਰ ਰੋਕਣ ਲਈ। ਇਹ ਹੱਥ ਨਹੀਂ ਵਿਚਾਰੇ ਨੂੰ ਜਾਨ ਪਿਆਰੀ ਹੈ। ਭਾਵ ਹੱਥ ਨੂੰ ਘੱਟ ਪਿਆਰਾ ਆਪਾਂ ਨੂੰ, ਸਿਰ ਜ਼ਿਆਦਾ ਪਿਆਰਾ ਹੈ। ਆ ਗਈ ਦੁਆਇਸ਼। ਦੁਆਇਸ਼ ਦੀ ਜੜ ਬਹੁਤ ਹੀ ਸੂਖਮ ਹੈ ਸਾਧ ਸੰਗਤ ਜੀ। ਆ ਦੂਜੇ ਇੱਕ ਦੂਜੇ ਨਾਲ ਈਰਖਾ ਕਰਨੀ ਤਾਂ ਵੱਖਰੀ ਰਹੇਗੀ। ਉਹ ਜਿੰਨਾ ਚਿਰ ਸ੍ਰੇਸ਼ਟ ਮਤ ਗੁਰੂ ਕੀ ਨਹੀਂ ਪ੍ਰਾਪਤ ਹੁੰਦੀ, ਇਹ ਦੁਆਇਸ਼ ਦੀਆਂ ਜੜ੍ਹਾਂ ਨਿਕਲ ਨਹੀਂ ਸਕਦੀਆਂ। ਮਹਾਰਾਜ ਕਹਿੰਦੇ ਭਾਈ ਇਹ ਵਾਹਿਗੁਰੂ ਵਿੱਚ ਨਹੀਂ ਹੈ। ਉਹ ਫਿਰ ਬ੍ਰਹਮ ਗਿਆਨੀ ਬ੍ਰਹਮ ਰੂਪ ਹੈ। ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧੂ ਵਿੱਚ ਵੀ ਸਾਧ ਸੰਗਤ ਜੀ ਇਹ ਤਿੰਨੇ ਅੰਸ਼ਾਂ ਨਹੀਂ ਹਨ। ਕਲਪਤ ਦਵੈਤ ਕੁਸ ਮੂਲ ਬਿਨ ਸਾਵਈ। ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਜਿਹੜੀ ਦੁਆਇਤ ਹੈ ਕਲਪਤ ਹੈ, ਨਾਲੇ ਸੱਚੀ ਵੀ ਨਹੀਂ ਹੈ। ਦੁੱਖ ਰੂਪ ਹੈ ਪਰ ਸਤ ਸੰਗਤ ਜੀ ਸੱਚੀ ਨਹੀਂ। ਕਈ ਚੀਜ਼ਾਂ ਝੂਠੀਆਂ ਵੀ ਆਪਾਂ ਨੂੰ ਦੁੱਖ ਦਿੰਦੀਆਂ। ਹਮੇਸ਼ਾ ਵਾਸਤੇ ਬੱਚਾ ਕਈ ਵਾਰ ਆਪ ਦੀ ਹਨੇਰੇ ਹੋਏ ਛਾਂ ਆਪ ਦੀ ਦੇਖ ਕੇ ਡਰਨ ਲੱਗ ਜਾਂਦਾ ਵੀ ਕੌਣ ਨਹੀਂ ਕੌਣ। ਆਪ ਦੀ ਛਾਂ ਦੇਖ ਕੇ ਉਹਨੂੰ ਇਹ ਨਹੀਂ ਪਤਾ ਵੀ ਇਹ ਝੂਠੀ ਹੈ। ਇਸ ਤਰ੍ਹਾਂ ਆਪਾਂ ਹਨੇਰੇ 'ਚ ਸੱਪ ਰੱਸੀ ਦੇਖ ਕੇ ਡਰਨ ਲੱਗ ਜਾਣਾ ਵੀ ਸੱਪ ਡੰਗ ਮਾਰੂ, ਪਰ ਮਾਰਿਆ ਤਾਂ ਨਹੀਂ ਕਿਸੇ ਨੇ। ਰੱਸੀ ਵਾਲੇ ਸੱਪ ਨੇ ਕਿਸੇ ਨੂੰ ਡੰਗ ਮਾਰ ਕੇ ਮਾਰਿਆ, ਹੁਣ ਤਾਂ ਹੀ ਨਹੀਂ ਨਾ ਮਾਰੇਗਾ। ਲੇਕਿਨ ਡਰ ਉਸੇ ਤਰ੍ਹਾਂ ਹੀ ਪ੍ਰਭਾਵ। ਤਾਂ ਮਹਾਰਾਜ ਜੀ ਕਹਿੰਦੇ ਨੇ, ਕੀ ਕਹਿੰਦੇ? ਕਲਪਤ ਦੁਆਇਤ ਕੋ ਮੂਲ ਬਿਨ ਸਾਵਈ। ਸਹਿਤ ਮੁੱਢ ਅਗਿਆਨ ਦੇ। ਇਹ ਜਿਹੜੀ ਦੁਆਇਸ਼ ਹੈ ਨਾ ਸਾਨੂੰ ਦੁੱਖ ਰੂਪ ਦਿੰਦੀ ਹੈ, ਇਹਨੂੰ ਨਾਸ਼ ਕਰ ਦਿੰਦੇ ਨੇ। ਇਹ ਆ ਉਪਦੇਸ਼ ਗੁਰੂ ਦਾ ਮਹਾਰਾਜ ਦਾ। ਰਜੂ ਮੈਂ ਸਰਪ ਕੋ ਤੇ ਅੰਤ ਭਾਵ ਤੈਸੇ ਲਖ। ਅਭਾਵ ਹੁੰਦੇ ਨੇ ਸਾਧ ਸੰਗਤ ਜੀ, ਸਮੀਕਾ ਭਾਵ, ਪ੍ਰਧੌਂਸਾ ਭਾਵ। ਇਸੇ ਤਰ੍ਹਾਂ ਅਭਾਵ ਭਾਵ। ਪ੍ਰਧੌਂਸਾ ਭਾਵ ਉਹਨੂੰ ਕਹਿੰਦੇ ਆ ਕੋਈ ਮਕਾਨ ਹੈ ਉਹ ਢਹਿ ਜਾਵੇ ਪਰ ਇੱਟਾਂ ਉੱਟਾਂ ਤਾਂ ਪਈਆਂ ਹੀ ਨੇ ਉੱਥੇ, ਇਹਨੂੰ ਪ੍ਰਧੌਂਸਾ ਭਾਵ ਕਹਿੰਦੇ ਆ। ਸਮੀਕਾ ਭਾਵ ਨੇੜੇ ਬਹੁਤੀ ਚੀਜ਼ ਹੋਣੀ। ਹੁਣ ਆਪਣੀਆਂ ਅੱਖਾਂ ਦੀਆਂ ਪਰਕਾਂ ਹੈ ਕਿ ਨਹੀਂ? ਆਪਾਂ ਨੂੰ ਦੀਦੀਆਂ ਨਹੀਂ, ਹੈ ਨੇੜੇ ਹੀ ਪਰ ਦਿਸਦੀਆਂ ਨਹੀਂ ਹਨ। ਆਪਣੇ ਭਾਤਾ ਭਾਵ ਹੀ ਹੈ ਵੀ ਨਹੀਂ ਹਨ। ਇਹ ਰੱਬ ਅਤਿਅੰਤ ਹੀ ਨੇੜੇ ਤੋਂ ਨੇੜੇ ਹੈ, ਲੇਕਿਨ ਆਪਣੇ ਵੱਲੋਂ ਅਭਾਵ ਹੈ ਵੀ ਨਹੀਂ। ਇਸੇ ਤਰ੍ਹਾਂ ਆਪ ਜੀ ਇੱਥੇ ਕਹਿੰਦੇ ਹਨ ਅਤਿਅੰਤਾ ਭਾਵ ਰੱਸੀ ਦੇ ਵਿੱਚ ਤਿੰਨੇ ਕਾਲ ਹੀ ਸੱਪ ਨਹੀਂ ਹੈ। ਬਿਲਕੁਲ ਆਪਣੇ ਅੰਦਰ ਹੈ ਉਹ ਸੱਪ, ਰੱਸੀ 'ਚ ਨਹੀਂ ਹੈ। ਜੇ ਆਪਣੇ ਅੰਦਰ ਨਾ ਹੋਵੇ ਦੂਜੇ ਦੇ ਅੰਦਰ ਤੇੜ ਹੈ। ਸਾਰਿਆਂ ਦੇ ਅੰਦਰ ਨਹੀਂ ਸੱਪ ਹੈ। ਦੂਜਾ ਕਹੂ ਇਹ ਤਾਂ ਧਰਤੀ ਤੇ ਤੇੜ ਜਿਹੀ ਆ, ਸੱਪ ਕਾਹਨੂੰ ਆ? ਉਹਦੇ ਅੰਦਰ ਤੇੜ ਹੀ ਹੋਊਗੀ। ਹਰ ਇੱਕ ਨੇ ਆਪਣਾ ਅਨੁਭਵ ਕਰਨਾ ਹੈ। ਜਿਵੇਂ ਸਤ ਸੰਗਤ ਜੀ ਉਹ ਜਿਹੜਾ ਹੈ ਕਲਪਤੀ, ਇਹ ਦੁਆਇਤ ਵੀ ਕਲਪਤ ਹੀ ਹੈ, ਝੂਠ ਵੀ ਕਲਪਤ ਹੀ ਹੈ। ਮਾਇਆ ਵੀ ਝੂਠੀ ਹੈ। ਇਹ ਤੋਂ ਹੀ ਪੈਦਾ ਹੋਏ ਨੇ ਸਾਰੀਆਂ ਚੀਜ਼ਾਂ। ਇਹ ਮਹਾਰਾਜ ਚੱਕ ਦਿੰਦੇ ਹਨ। ਏਕ ਪਰਮਾਤਮਾ ਅਨੇਕਤਾ ਉਠਾਵਈ। ਕੀ ਕਹਿੰਦੇ ਨੇ ਭਾਈ? ਇੱਕ ਪਰਮਾਤਮਾ ਹੀ ਅਨੇਕ ਰੂਪ ਹੋ ਰਿਹਾ ਹੈ। ਅਨੇਕ ਹੈ ਫਿਰ ਏਕ ਹੈ। ਆਪ ਹੀ ਇੱਕ ਤੋਂ ਅਨੇਕ ਰੂਪ ਹੋ ਰਿਹਾ ਹੈ। ਆਪ ਹੀ ਬ੍ਰਹਮ ਗਿਆਨ ਦੀ ਅਵਸਥਾ ਦੇਣ ਵਾਸਤੇ ਗੁਰਸਿੱਖ ਨੂੰ ਅਨੇਕਾਂ ਰੂਪਾਂ ਵਿੱਚ ਇੱਕ ਰੂਪ ਦਿਖਾ ਦਿੰਦਾ ਹੈ। ਸਤਨਾਮ ਜਾਪ ਦੀਨ ਤੀਨ ਤਾਪ ਕੀਨਹੀਨ। ਕੀ ਉਪਦੇਸ਼ ਦੇ ਕੇ ਇਸ ਅਵਸਥਾ ਤੇ ਸਿੱਖ ਨੂੰ ਪਹੁੰਚਾਉਂਦੇ ਮਹਾਰਾਜ? ਸਤਨਾਮ ਜਾਪ ਦੀਨ, ਸੱਚੇ ਨਾਮ ਵਾਹਿਗੁਰੂ ਦਾ ਭਾਈ ਜਾਪ ਦਿੱਤਾ ਹੈ ਪਹਿਲਾਂ।
ਜਿਸ ਵੇਲੇ ਜਾਪ ਸਤ ਸੰਗਤ ਜੀ ਚੱਲ ਪਿਆ, ਪਹਿਲਾਂ ਸਾਰਿਆਂ ਨੂੰ ਦੁੱਖ ਰੂਪ 3 ਤਾਪ ਨੇ ਆਪਾਂ ਨੂੰ। 3 ਤਾਪ ਤਾਂ ਸਾਰਿਆਂ ਨੂੰ ਚੜੇ ਹੋਏ ਨੇ। ਇਹਨਾਂ ਸਾਰਿਆਂ ਤਾਪਾਂ ਦਾ ਡਾਕਟਰਾਂ ਕੋਲ ਇਲਾਜ ਹੈ ਨਹੀਂ। ਆਦਿ ਵਿਆਧੀ ਉਪਾਧੀ। ਵਿਆਧੀਆਂ ਦਾ ਹੈ, ਆਦੀਆਂ ਦਾ ਤੇ ਉਪਾਧੀਆਂ ਦਾ ਨਹੀਂ ਹੈ। ਵਿਆਧੀ ਸਰੀਰ ਦੇ ਤਾਪ ਨੇ, ਬੈ ਪਿੱਤ ਕਫ ਰੁਦਰ ਵਿਗਾੜ। ਬੈ ਹੋ ਜਾਣੀ, ਗਰਮੀ ਵੱਧ ਜਾਣੀ, ਖੂਨ ਵਿੱਚ ਵਿਗਾੜ ਪੈ ਜਾਣਾ, ਫੋੜੇ ਫਿਣਸੀਆਂ ਨਿਕਲੇ ਆਉਣੇ, ਤੇ ਕਫ ਬਲਗਮ ਨੇ ਵੱਧ ਜਾਣਾ। ਇਹ ਕਾਰਨ ਨੇ ਸਾਰੇ ਰੋਗਾਂ ਦੇ ਸਰੀਰ ਦੇ ਅੰਦਰ। ਇਹ ਵੀ ਤਾਪ ਮਹਾਰਾਜ ਚੱਕ ਦਿੰਦੇ ਨੇ। ਐਵੇਂ ਨਹੀਂ ਤਰਨਤਾਰਨ ਸਾਹਿਬ ਦੇ ਵੱਡੇ ਵੱਡੇ ਸਰੋਵਰ ਸਾਰੇ ਰੋਗ ਚੱਕ ਦਿੰਦੇ ਮਹਾਰਾਜ ਸਾਹਿਬ ਜੀ, ਕੋੜ ਵਰਗੇ ਵੀ। ਨਾਮ ਤਾਂ ਦਾਰੂ ਹੈ ਸਭ ਤੋਂ ਵੱਡੀ। ਸੋ ਨਾਲ ਹੀ ਇੱਕ ਮਨ ਦੇ ਤਾਪ ਨੇ ਸਤ ਸੰਗਤ ਜੀ, ਉਹਨਾਂ ਦਾ ਕੋਈ ਡਾਕਟਰ ਨਹੀਂ ਇੱਥੇ ਕਿਸੇ ਮੁਲਕ ਵਿੱਚ। ਉਹਨਾਂ ਦਾ ਡਾਕਟਰ, ਉਹਨਾਂ ਦੇ ਵੈਦ ਤਾਂ ਗੁਰੂ ਨਾਨਕ ਦੇਵ ਜੀ ਹਨ, ਸੰਗਤ ਹਨ। ਉਹਨਾਂ ਨੂੰ ਕਹਿੰਦੇ ਆਦੀ ਅਧੀ ਭੂਤ ਕਹਿੰਦੇ ਵਿਦਵਾਨ ਲੋਕ, ਮਨ ਦੇ ਆਸਰੇ। ਹੁਣ ਮਨ ਈਰਖਾ ਨਾਲ ਸੜੀ ਜਾਂਦਾ ਹੈ, ਕਿਹੜੀ ਗੋਲੀ ਲਵਾਂਗੇ ਵਿੱਚ ਹਟ ਜਾਵੇ। ਦੂਸਰੇ ਨੂੰ ਦੇਖ ਕੇ ਸੜੀ ਜਾਂਦਾ ਹੈ। ਇਸ ਤਰ੍ਹਾਂ ਮਨ ਵਿਸ਼ਿਆਂ ਦੇ ਨਾਲ ਸੜੀ ਜਾਂਦਾ, ਕਲਪਦਾ। ਦੱਸੋ ਉੱਥੇ ਕੋਈ ਦਵਾਈ ਹੈ? ਇਹ ਤਾਪ ਦੀ ਆਦਿ ਵਿਆਧੀ ਤੇ ਉਪਾਧੀ, ਡਾਂਗ ਸੋਟਾ ਕਰ ਲੈਣਾ ਜਾਂ ਭੂਤ ਪ੍ਰੇਤ ਪੀੜਾ, ਭੂਤ ਪ੍ਰੇਤਾਂ ਚਿੰਬੜ ਜਾਂਦੀਆਂ। ਇਹਦੀ ਦਵਾਈ ਵੀ ਨਹੀਂ ਹੈ। ਇਹਦੀ ਦਵਾਈ ਵੀ ਭਾਈ ਸ਼ਬਦ ਹੀ ਹੈ। ਪਰ ਅੰਤਰਾ ਕੀ ਹੈ? ਜਿਹੜੇ ਭੂਤਾਂ ਪ੍ਰੇਤਾਂ ਨੂੰ ਕੱਢਣ ਵਾਲੇ ਨੇ, ਉਹਨਾਂ ਕੋਲੇ ਹੋਰ ਤਰ੍ਹਾਂ ਦੇ ਮੰਤਰ ਨੇ। ਉਹ ਗੁਰਮਤਿ ਤੋਂ ਸਤ ਸੰਗਤ ਜੀ ਵਿਛੋੜਦੇ ਨੇ। ਗੁਰੂ ਘਰ ਵਿੱਚ ਉਹ ਰਹਿੰਦੀਆਂ ਵੀ ਨਹੀਂ ਹਨ, ਨਾਲੇ ਸਿੱਖੀ ਵੀ ਧਾਰ ਲੈਂਦਾ ਬੰਦਾ। ਇੰਨਾ ਫਰਕ ਹੈ। ਭਾਈ ਬਹਿਲੋ ਵਰਗਿਆਂ ਨੂੰ ਬਖਸ਼ਾਂ ਕੀਤੀਆਂ। ਭਾਈ ਬਹਿਲੋ ਵਰਗਿਆਂ ਨੇ ਆਪ ਦੀ ਪੂਜਾ ਤਾਂ ਨਹੀਂ ਕਰਾਈ। ਜਾਓ ਭਾਈ, ਜੇ ਤੁਹਾਨੂੰ ਤੰਗ ਕਰਦੀ ਹੈ, ਗੁਰੂ ਕੀ ਸਿੱਖੀ ਧਾਰ ਲਓ। ਬਸ ਕਹਿ ਦਿੱਤਾ ਮੈਂ ਇਹਨਾਂ ਨੂੰ, ਹੁਣ ਨਹੀਂ ਤੁਹਾਡੇ ਕੋਲੇ ਆਉਣਗੀਆਂ। ਆਹ ਤਾਂ ਹੋਇਆ ਨਾ ਪਰਉਪਕਾਰ। ਜੇ ਕਹਤਾ ਤੂੰ ਆ ਜੀ 7 ਦਿਨ ਚੌਂਕੀ ਭਰਨ ਵਾਸਤੇ, ਆਹ ਤਵੀਤ ਪਾ ਲਾ, ਆਹ ਕੁਛ ਕਰ ਲਾ, ਇਹ ਭਾਈ ਗੁਰਮਤਿ ਨਹੀਂ ਕਹਿੰਦੀ। ਕਈ ਕੋਟ ਭੂਤ ਪ੍ਰੇਤ ਸ਼ੁਕਰ ਮਰਗਾਜ, ਕਿੰਨੇ ਕਰੋੜਾਂ ਨੇ ਸਤਿ ਵਾਸ਼ਨਾ ਕਰਕੇ ਚੀਜ਼ਾਂ। ਇਹ ਜਿਹੜੀ ਆਦੀ ਵਾਦੀ 3 ਤਾਪ ਮਹਾਰਾਜ ਉਪਦੇਸ਼ ਦੇ ਕੇ ਮੇਟ ਦਿੰਦੇ ਨੇ। ਸਰਵਨ ਮਨਨ ਨਿਧਿਆਸਨ ਲੋ ਧਿਆਵਈ। ਨਾਲ ਹੀ ਫਿਰ ਕੀ ਕਹਿੰਦੇ ਵੀ ਹੁਣ ਤੈਨੂੰ ਨਾਮ ਦੇਤਾ ਸਤਨਾਮ ਦਾ। 3 ਤਾਪ ਜਿੰਨਾ ਚਿਰ ਨਹੀਂ ਮਿਟਦੇ ਉਹਨਾਂ 'ਚ ਧਿਆਇਆ ਨਹੀਂ ਜਾਂਦਾ। ਸਰਵਣ ਕਰਿਆ ਕਰ ਨਾਮ, ਜੇ ਤੇਰੇ ਕੋਲ ਜਪਿਆ ਨਹੀਂ ਜਾਂਦਾ, ਤੇਰੀ ਰਸਨਾ ਨਹੀਂ ਕੰਮ ਕਰਦੀ, ਤੇਰੀ ਆਦਤ ਨਹੀਂ ਪਈ, ਤਾਂ ਸੰਗਤ ਜਾ ਕੇ ਸੁਣਿਆ ਤਾਂ ਕਰ। ਜਦੋਂ ਸੁਣਨ ਲੱਗ ਜਾਏਗਾ, ਜਦੋਂ ਪ੍ਰੇਮ ਦੀ ਲਹਿਰ ਵਧੇਗੀ, ਆਪ ਹੀ ਮੂੰਹੋਂ ਨਿਕਲੇਗਾ ਵਾਹਿਗੁਰੂ। ਫਿਰ ਮੰਨਣ ਕਰਨ ਲੱਗ ਜਾਵੇਗਾ, ਫਿਰ ਸਤ ਸੰਗਤ ਜੀ ਦਾ ਅਮਲ ਕਰੇਗਾ। ਲੇਕਿਨ ਸਰਵਣ ਕਰਦਿਆਂ ਵੀ, ਮੰਨਣ ਕਰਦਿਆਂ ਵੀ, ਨਿਧਿਆਸਨ ਕਮਾਈ ਕਰਦਿਆਂ, ਬਾਣੀ ਪੜ੍ਹਨੀ ਨਹੀਂ ਛੱਡਣੀ ਨਿਤਨੇਮ। ਫੇਰ ਵੀ ਜੇ ਇੱਕ ਅਵਸਥਾ ਗਾਹਾਂ ਵੱਧ ਜੇ, ਇਉਂ ਨਹੀਂ ਕਹਿਣਾ ਲੈ ਹੁਣ ਤਾਂ ਮੈਨੂੰ ਲੋੜ ਹੀ ਨਹੀਂ ਜੀਭ ਹਿਲਾਉਣ ਦੀ, ਜੀਭ ਗਾਲਾਂ ਕੱਢਣ ਵਾਸਤੇ ਤਾਂ ਹੀ ਡੱਕੀ ਹੋਈ। ਨਿਤਨੇਮ ਨਹੀਂ ਛੱਡਣਾ, ਭਾਵੇਂ ਬ੍ਰਹਮ ਗਿਆਨੀ ਬਣ ਜੇ। ਗੁਰੂ ਸ਼ਰਨਾਵਈ ਸੋ ਕਹੁ ਨ ਗਤ ਪਾਵਈ। ਕਿਉਂ ਭਾਈ, ਜਿਹੜੇ ਗੁਰੂ ਕੀ ਸ਼ਰਨ ਆਉਣਗੇ, ਇਹੋ ਜਿਹਾ ਉਪਦੇਸ਼ ਗ੍ਰਹਣ ਕਰਨਗੇ, ਕਿਉਂ ਨਾ ਗਤ ਪਾਵਈ, ਕਿਉਂ ਨਹੀਂ ਮੁਕਤੀ ਪਾਉਣਗੇ। ਭਗਤ ਜੋ ਕਮਾਵੇ ਕਲੇਸ਼ਨ ਮਿਟਾਵੇ। ਕਿਉਂ ਭਾਈ, ਜਿਹੜੇ ਭਗਤੀ ਦੀ ਕਮਾਈ ਕਰਨਗੇ, ਅਵਿਦਿਆ ਸਮਤਾ ਵੀ ਨਿਵੇਸ਼ ਰਾਗ ਦੁਆਇਕ 5 ਕਲੇਸ਼ ਨੇ ਦੁਨੀਆ ਦੇ ਚਿੰਬੜੇ ਹੋਏ ਲੋਕਾਂ ਨੂੰ, ਇਹ ਮਿਟਾ ਲਵੇਗਾ ਗੁਰੂ ਕੀ ਸਿੱਖੀ ਲੈ ਕੇ। ਦੋਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ। ਇਹੋ ਜਿਹਾ ਨਿਰਮਲ ਉਪਦੇਸ਼ ਦੇਣ ਵਾਲੇ ਭਾਈ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਭਾਈ ਸਾਹਿਬ ਕਹਿੰਦੇ, ਉਹਨਾਂ ਅੱਗੇ ਬੇਨਤੀ ਕਰੀਏ, ਮਹਾਰਾਜ ਤੋਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ। ਇਹ ਮਹਾਰਾਜ, ਆਪ ਜੈਸਾ ਕੋਈ ਦਾਤਾ ਨਹੀਂ ਮੈਨੂੰ ਦੁਨੀਆ ਤੇ ਮਿਲਿਆ। ਮੈਂ ਜੇ ਜਾਚਕ ਬਣਨਾ ਤਾਂ ਤੇਰੇ ਦਰ ਦਾ ਹੀ ਬਣਨਾ। ਮੇਰੇ ਕੋਲ ਹੋਰ ਕਿਸੇ ਦਾ ਦਰ ਦਾ ਮੰਗਤਾ ਨਹੀਂ ਬਣਿਆ ਜਾਂਦਾ। ਜਿਸ ਵੇਲੇ ਮੋਦੀ ਖਾਨਾ ਕੀਤਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਵਰਦਾਨਾ ਆਇਆ। ਕਿਉਂ? ਜਾਚਕ ਨਾਮ ਲੈ ਲੈ ਕੇ ਦੂਰ ਪਿੰਡਾਂ ਵਿੱਚ ਸਭ ਸਮਝੀ ਉਹਨਾਂ ਨੇ ਬੜਾ ਜਸ ਗਾਇਆ ਗੁਰੂ ਨਾਨਕ ਦੇਵ ਜੀ ਦਾ। ਚਲੋ ਇਹ ਆਪਾਂ ਨੂੰ ਤ੍ਰਿਪਤ ਕਰਨ ਵਾਲੇ ਦਾਤੇ ਨਵੇਂ ਪ੍ਰਗਟ ਹੋਏ ਨੇ। ਸੁਲਤਾਨਪੁਰ ਚਲੋ ਚੱਲ ਕੇ ਦਾਨ ਲੈ ਕੇ ਆਓ। ਨਨਕਾਣੇ ਸਾਹਿਬ ਤੋਂ ਵੀ ਮੰਗਤੇ ਸਤ ਸੰਗਤ ਚੱਲ ਕੇ ਆਏ ਸੁਲਤਾਨਪੁਰ, ਕਿੱਡੀ ਦੂਰੋਂ। ਮਰਦਾਨੇ ਨੂੰ ਵੀ ਪਤਾ ਲੱਗਿਆ, ਮਰਾਸੀ ਸੀ, ਵੀ ਮੈਂ ਬੇਦੀ ਮਾਸਤਾ ਮਰਾਸੀ ਆ। ਮਰਾਸੀ ਵੀ ਮੰਗ ਕੇ ਹੀ ਖਾਂਦੇ ਸਤ ਸੰਗਤ ਜੀ। ਮਰਾਸੀਆਂ ਦਾ ਨਾਂ ਤਾਂ ਹੀ ਮੀਰਾਂ ਦੀ ਆਸ ਰੱਖਦੇ ਨੇ। ਜਿਹੜੇ ਮੀਰ ਬਾਦਸ਼ਾਹ ਨੂੰ ਕਹਿੰਦੇ ਨੇ, ਪਾਤਸ਼ਾਹ ਦੀ ਆਸ ਤੇ ਰਹਿਣਾ,
ਪਾਤਸ਼ਾਹ ਨੂੰ ਢੰਗ ਦੇ ਨਾਲ ਖੁਸ਼ ਕਰੀ ਜਾਣਾ, ਮਖੌਲ ਕਰ ਕਰਕੇ ਉਹਨੂੰ ਹਸਾਈ ਜਾਣਾ। ਪਾਤਸ਼ਾਹ ਸਤ ਸੰਗੀ ਕੁਛ ਨਾ ਕੁਛ ਦਿੰਦਾ ਹੀ ਰਹਿੰਦਾ ਸੀ। ਇਉਂ ਸਤ ਸੰਗਤ ਜੀ ਇਹ ਮਰਦਾਨਾ ਵੀ ਆਇਆ। ਜਿਸ ਵੇਲੇ ਸਤ ਸੰਗਤ ਜੀ ਆ ਕੇ ਦਰਸ਼ਨ ਕੀਤੇ, ਮਹਾਰਾਜ ਕਹਿੰਦੇ ਮਰਦਾਨਿਆ ਤੂੰ ਭਾਈ ਬੇਦੀ ਮਾਸ ਦਾ ਮਰਾਸੀ ਹੈ, ਬੇਦੀ ਮਾਸ ਤੋਂ ਹੀ ਤੂੰ ਯਾਚਨਾ ਕਰਕੇ ਹੁਣ ਤੱਕ ਦਾਨ ਲੈ ਕੇ ਤੂੰ ਆਪਣੇ ਟੱਬਰ ਦਾ ਗੁਜ਼ਾਰਾ ਕਰਦਾ ਰਿਹਾ। ਤੈਨੂੰ ਅਸੀਂ ਹੁਣ ਉਹ ਵਸਤੂ ਗੱਲ ਕਹਿੰਦੇ ਆ, ਚੇਤਾ ਰੱਖੀ ਕਿਤੇ ਜਾ ਕੇ ਮੰਗੀ ਨਾ। ਜੇ ਕਿਸੇ ਤੈਨੂੰ ਵਸਤੂ ਦੀ ਲੋੜ ਹੋਈ ਸਾਡੇ ਕੋਲੇ ਆ ਜੀ। ਲੜਕੀ ਦਾ ਵਿਆਹ ਕਰਨਾ ਸੀ, ਮਹਾਰਾਜ ਕੋਲੇ ਆ, ਸਾਰੀਆਂ ਹੀ ਵਸਤੂਆਂ ਮਹਾਰਾਜ ਨੇ ਲੈ ਦਿੱਤੀਆਂ। ਤੋ ਸਤ ਸੰਗਤ ਜੀ ਤੋਸੋ ਨਹੀਂ ਦਾਤਾ ਕੋ ਮੋਸੋ ਨਹੀਂ ਭਿਖਾਰੀ ਦੀਨ। ਭਾਈ ਸਾਹਿਬ ਕਹਿੰਦੇ ਭਾਈ ਬੇਨਤੀਆਂ ਕਰੋ ਵਾਹਿਗੁਰੂ ਅੱਗੇ, ਇਹ ਸੱਚੇ ਪਾਤਸ਼ਾਹ ਗੁਰੂ ਕਾ ਸਿੱਖ ਹੋਰ ਕੋਲੇ ਜਾ ਕੇ ਬੇਨਤੀ ਕਰਦਾ ਸ਼ੋਭਦਾ ਵੀ ਨਹੀਂ ਹੈ। ਆਪ ਜੈਸੇ ਕੋਈ ਦਾਤੇ ਨਹੀਂ ਹਨ ਕੋਈ ਦੁਨੀਆ ਤੇ, ਮੇਰੇ ਵਰਗਾ ਕੋਈ ਗਰੀਬ ਨਹੀਂ ਹੈ। ਤੋ ਸੋਨਾ ਦਿਆਲ ਦੁਖੀ ਮੋਸੋ ਨਾ ਅਲਾਈਏ। ਮੇਰੇ ਵਰਗਾ ਸੰਸਾਰ 'ਚ ਦੁਖੀ ਵੀ ਕੋਈ ਨਹੀਂ ਮਹਾਰਾਜ, ਕੋਈ ਕਿਸੇ ਪਾਸੋਂ ਸੁਖੀ ਹੈ ਕੋਈ ਕਿਸੇ ਪਾਸਿਓਂ। ਮਹਾਰਾਜ ਮੈਂ ਤਾਂ ਬਹੁਤ ਹੀ ਦੁਖੀ ਹਾਂ, ਔਰ ਤੁਹਾਡੇ ਵਰਗਾ ਦਿਆਲੂ ਵੀ ਕੋਈ ਨਹੀਂ। ਕਿਉਂ? ਜਿੰਨੇ ਦੁਨੀਆ ਦੇ ਉੱਤੇ ਦੁੱਖਾਂ ਵੇਟਣ ਵਾਲੇ ਲੋਕ, ਉਹਨਾਂ ਕੋਲੇ ਜਾਓ ਉਹ ਕਈ ਵਾਰ ਝਿੜਕ ਦਿੰਦੇ ਨੇ, ਲੇਕਿਨ ਸਤਿਗੁਰੂ ਜੀ ਕਿਸੇ ਨੂੰ ਝਿੜਕਦੇ ਨਹੀਂ। ਦੁਖੀ ਕਿਹੜਾ ਆ ਕੇ ਢਹਿ ਪਵੇ ਦਰ ਦੇ ਉੱਤੇ, ਮਹਾਰਾਜ ਅੱਠੇ ਪੈਰ ਦਿਆਲੂ ਹਨ। ਮੋਸੋ ਨਹੀਂ ਕ੍ਰਿਤ ਘਣ ਤੋਸੋ ਉਪਕਾਰੀ ਨਾਹੇ। ਨਾਲ ਹੀ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਿਓ, ਤੁਸੀਂ ਦਿਆਲੂ ਸਦਾ ਹੋ। ਮੇਰੇ ਵਰਗਾ ਕਿਰਤ ਘਣ ਵੀ ਕੋਈ ਨਹੀਂ ਹੈ। ਜਿਹਨੂੰ ਪਤਾ ਲੱਗ ਜਾਵੇ ਇਹ ਕਿਰਤ ਘਣ, ਉਹ ਦਾਤਾ ਝਿੜਕ ਦਿੰਦਾ, ਜਾ ਤੇਰੇ ਵਰਗੇ ਇੱਥੇ ਮੈਂ ਨਹੀਂ ਤੈਨੂੰ ਦਿੰਦਾ। ਨਹੀਂ, ਮੇਰੇ ਵਰਗਾ ਕਿਰਤ ਘਣ ਕੋਈ ਨਹੀਂ, ਤੁਹਾਡੇ ਵਰਗਾ ਪਰਉਪਕਾਰੀ ਕੋਈ ਨਹੀਂ ਹੈ। ਇਹ ਕਿਰਤ ਘਣਾਂ ਨੂੰ ਵੀ ਬਖਸ਼ ਦਿੰਦਾ ਹੈ। ਮੋਸੋ ਨਾ ਅਨਾਥ ਨਾਥ 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 ਨ ਤੋਸੋ ਨਾ ਬਤਾਈਐ। ਮਹਾਰਾਜ ਆਪ ਜੈਸਾ ਸੁਆਮੀ ਮਾਲਕ ਕੋਈ ਨਹੀਂ, ਮੇਰੇ ਵਰਗਾ ਯਤੀਮ ਵੀ ਕੋਈ ਨਹੀਂ। ਮੈਨੂੰ ਹੋਰ ਕਿਸੇ ਦੀ ਆਸ ਨਹੀਂ, ਆਪ ਮੇਰੇ ਸੁਆਮੀ ਹੋ। ਔਗਣੀ ਨਾ ਮੋਸੋ ਕੋ ਗੁਣਵਾਨ ਤੋਸੋ ਨਾਹੀ। ਮੇਰੇ ਵਰਗਾ ਔਗਣਾ ਦਾ ਭਰਿਆ ਕੋਈ ਨਹੀਂ ਮਹਾਰਾਜ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਔਗਣੀ ਨਾ ਮੋਸੋ ਕੋ ਗੁਣਵਾਨ ਤੋਸੋ ਨਾਹੀ। ਆਪ ਜੈਸਾ ਹਮਾਰਾ ਗੁਣਵਾਂ ਦੇ ਸਹਿਤ ਸੁਪੁੰਨ ਕੋਈ ਨਹੀਂ। ਜਪ ਤਪ ਬ੍ਰਤ ਮੋ ਮੈਂ ਏਕ ਨਹੀਂ ਪਾਈਐ। ਹਮੇਸ਼ਾ ਵਾਸਤੇ ਦੁਨੀਆ ਗੁਣਾ ਤੇ ਰੀਝਦੀ ਹੈ। ਜੇ ਕਿਸੇ 'ਚ ਗੁਣ ਨਹੀਂ ਹੈ, ਔਗਣੀ ਨੇ, ਉਹਨਾਂ ਦੇ ਨੇੜੇ ਕੋਈ ਨਹੀਂ ਜਾਂਦਾ ਹੈ। ਮਹਾਰਾਜ ਤੁਸੀਂ ਸਤਿਕਾਰ ਕਰਦੇ ਨੇ ਲੋਕ ਜਪ ਕਰਨ ਵਾਲਿਆਂ ਦਾ, ਤਪ ਕਰਨ ਵਾਲਿਆਂ ਦਾ, ਵਰਤ ਆਦਿਕ ਰੱਖਣੇ, ਕਮਾਈਆਂ ਕਰਨੀਆਂ, ਉਹਨਾਂ ਦਾ ਸਤਿਕਾਰ ਹੁੰਦਾ ਹੈ। ਮੈਂ ਮਹਾਰਾਜ ਮੇਰੇ ਤੋਂ ਜਪ ਵੀ ਨਹੀਂ ਹੁੰਦਾ ਹੈ। ਔਰ ਤਪ ਗੁਰ ਸੇਵਾ ਤਪਾਂ ਸਿਰ ਤਪਸਾਰ। ਸਭ ਤੋਂ ਵੱਡਾ ਤਪ ਕੀ ਹੈ? ਗੁਰੂ ਸੰਗਤ ਦੀ ਸੇਵਾ ਕਰਨੀ। ਇਹ ਮੇਰੇ ਤੋਂ ਤਪ ਨਹੀਂ ਹੋਇਆ। ਇੰਦਰੀਆਂ ਰੋਕਣ ਨੂੰ ਵੀ ਤਪ ਨਹੀਂ ਹੋਇਆ ਮਹਾਰਾਜ। ਔਰ ਵਰਤੀ ਵਰਤ ਰਹਿ ਨਾ ਕਾਮ। ਗੁਰੂ ਘਰ ਵਿੱਚ ਵਰਤ ਕੀ ਰੱਖਣਾ ਹੈ? ਵੀ ਨਿਸਕਾਮਤਾ ਰੱਖਣੀ, ਮੰਗਣਾ ਨਹੀਂ ਗੁਰੂ ਸਾਹਿਬ ਤੋਂ ਕੁਛ। ਇਹ ਵਰਤ ਹੋਇਆ ਅਸਲ ਵਰਤ। ਆਪਾਂ ਕਹਿੰਦੇ ਰੋਟੀ ਤਿਆਗ ਦਿਓ, ਖਾਓ ਪੀਓ, ਉਹਨੂੰ ਵਰਤ ਕਹਿੰਦੇ ਆ। ਅਲਪਹਾਰ ਸੁਰਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ, ਇਹ ਵੀ ਵਰਤ ਹੈ ਮਹਾਰਾਜ। ਭੋਜਨ ਥੋੜਾ ਛਕਣਾ, ਨਾਲ ਹੀ ਨਿਸਕਾਮ ਰਹਿਣਾ, ਇਹ ਸਭ ਤੋਂ ਵੱਡਾ ਵਰਤੀ ਵਰਤ ਰੱਖਣ ਵਾਲਾ ਰਹਿ ਨਿਸਕਾਮ। ਗੁਰੂ ਸਾਹਿਬ ਤੋਂ ਕੋ ਮੰਗੇ ਨਾ। ਕਬ ਆਇਓ ਹੈ ਸ਼ਰਨ ਗਏ। ਇਹ ਮਹਾਰਾਜ ਮੇਰੇ 'ਚ ਗੁਣ ਨਹੀਂ ਹਨ, ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਬ ਆਇਓ ਹੈ ਸ਼ਰਨ ਗਏ ਧਾਏ ਕੇ ਚਰਨ। ਨੱਠ ਕੇ ਮਹਾਰਾਜ ਤੁਹਾਡੇ ਇੱਕ ਚਰਨ ਪਕੜ ਲਏ ਨੇ। ਜੇ ਤੁਸੀਂ ਮੇਰੇ 'ਚ ਪੜਚੋਲ ਕਰੋਗੇ, ਇਹਦੇ ਗੁਣ ਕਿਹੜੇ ਨੇ? ਗੁਣਾ ਦੇ ਬਦਲੇ ਇਹਨੂੰ ਕੋਈ ਦਾਤ ਦੇ ਦਈਏ, ਗੁਣ ਨਾ ਮੇਰੇ ਵਿੱਚ ਭਾਲਿਓ। ਗੁਰ ਤਾਰਨ ਤਰਨ ਨਿਜ ਹੱਥ ਦਾ ਬਚਾਈਏ। ਤੁਸੀਂ ਮਹਾਰਾਜ ਸੰਸਾਰ ਦੇ ਉੱਤੋਂ ਨਾਮ ਦਾ ਜਹਾਜ਼ ਤੇ ਚੜਾ ਕੇ ਤਾਰਨ ਵਾਲੇ ਹੋ। ਮੈਨੂੰ ਕਿਰਪਾ ਦਾ ਹੱਥ ਦੇ ਕੇ ਮਹਾਰਾਜ ਬਚਾ ਲੋ। ਦੋਹਰਾ ਸ਼ੂਨ ਸ਼ੂਨ ਗ੍ਰਹਿ ਆਤਮਾ। ਕਿਉਂ ਸਾਧ ਸੰਗਤ ਜੀ ਇਹ ਮੰਗਲ ਰੂਪ ਸਾਰੇ ਗੁਰੂ ਸਾਹਿਬ ਦੀ ਉਸਤਤੀ ਕਰਕੇ ਭਾਈ ਸਾਹਿਬ ਨੇ ਇਹ ਸੂਰਜ ਪ੍ਰਕਾਸ਼ ਜਿਹੜਾ ਗ੍ਰੰਥ ਹੈ ਇਹ ਸਮਾਪਤ ਕਰ ਰਹੇ ਨੇ। ਦੱਸ ਰਹੇ ਨੇ ਕਿ ਕਦੋਂ ਅਸੀਂ ਰਚਿਆ ਹੈ। ਸੂਨ ਸੂਨ ਗ੍ਰਹਿ ਆਤਮਾ। ਸੂਨ ਸਿਫਰ ਨੂੰ ਕਹਿੰਦੇ ਹੈ। ਦੋ ਗਿਰ ਸੂਨ ਸੂਨ, ਦੋ ਸਿਫਰਾਂ ਲਾ ਲਿਓ। ਨਾਲ ਹੀ ਸਤਸੰਗ ਗ੍ਰਹਿ 9 ਮੰਨੇ ਨੇ। 9 ਗ੍ਰਹਿ ਤੇ ਆਤਮਾ ਆਪਣਾ ਇੱਕੋ ਹੀ ਹੈ, ਆਪਣਾ ਸਰੂਪ। ਇਹ 1900 ਬਿਕਰਮੀ ਸੀ। ਸੰਮਤ ਆਦ ਪਛਾਣ ਲਓ ਭਾਈ, 1900 ਬਿਕਰਮੀ ਸੰਮਤ ਸੀ। ਮਧੂ ਮਾਸ ਸ਼ਤਰੁਨ ਕਰ। ਚੇਤ ਦਾ ਮਹੀਨਾ ਸੀ ਜਦੋਂ ਅਸੀਂ
ਇਸ ਇਤਿਹਾਸ ਕਥਾ ਲਿਖਾਰੀ ਬਣ ਕੇ ਲਿਖ ਰਹੇ ਸੀ। ਕਿੱਥੇ? ਕੈਂਥਲ ਸਤਸੰਗ ਜੀ, ਜਿਹੜੀ ਰਿਆਸਤੀ ਸਿੱਖਾਂ ਦੀ ਬੜੀ ਭਾਰੀ। ਇਹ ਅੰਗਰੇਜ਼ਾਂ ਨੇ ਸਤ ਸੰਗਤ ਜੀ ਇਹ ਕਾਨੂੰਨ ਬਣਾ ਦਿੱਤਾ ਸੀ, ਜਿੰਨੀਆਂ ਸਿੱਖ ਰਿਆਸਤਾਂ ਜੇ ਕੋਈ ਔਤ ਚਲਿਆ ਜਾਵੇ ਤਾਂ 5 ਹਿੱਸੇ ਰਿਆਸਤ ਦੇ ਕੀਤੇ ਜਾਣਗੇ, 5ਵਾਂ ਹਿੱਸਾ ਉਹਦੇ ਹੱਕੀਆਂ ਨੂੰ ਮਿਲ ਜੂ, 4 ਹਿੱਸੇ ਗੌਰਮੈਂਟ ਆਪਣੇ ਰਾਜ ਵਿੱਚ ਰਲਾ ਲਿਆ ਕਰੇਗੀ। ਭਾਈ ਉਦੈ ਸਿੰਘ ਜੀ ਬੜੇ ਗੁਰਮੁਖ ਸਤ ਸੰਗ ਜੀ ਰਾਜੇ ਅਖੀਰਲੇ ਹੋਏ ਕੈਂਥਲ ਰਿਆਸਤ ਦੇ। ਭਾਈ ਭਗਤੂ ਦੀ ਵੰਸ਼ ਵਿੱਚੋਂ ਸੀ, ਜੋ ਗੁਰੂ ਰਾਮਦਾਸ ਜੀ ਦੇ ਵਰਨਾ ਭਾਈ ਭਗਤੂ ਜੀ ਪੁੱਛੋ ਕੇ ਪੈਦਾ ਹੋਏ। ਗੌਰੇ ਦੇ ਸਤ ਸੰਗ ਜੀ ਅੱਗੇ ਵੰਸ਼ ਤੋਂ ਬਠਿੰਡੇ ਦਾ ਰਾਜ ਵੀ ਇਹਨਾਂ ਕੋਲੇ ਰਿਹਾ। ਸੋ ਗੁਰੂ ਘਰ ਦੇ ਨਾਲ ਇਹਨਾਂ ਦਾ ਸੰਬੰਧ ਰਿਹਾ, ਸਿੱਖੀ ਬੜੀ ਫੈਲਾਈ। ਇਹ ਉਦੈ ਸਿੰਘ ਦੇ ਸਤ ਸੰਗ ਜੀ ਔਲਾਦ ਨਹੀਂ ਸੀ, ਉਹਨੇ ਕਾਨੂੰਨ ਥੱਲੇ ਲੈਣੇ ਸੀ ਅੰਗਰੇਜ਼ ਨੇ। ਅੰਗਰੇਜ਼ ਜਦੋਂ ਸਤ ਸੰਗਤ ਜੀ ਲੈਣੀ ਚਾਹੀ ਰਿਆਸਤ, ਉਧਰ ਜਿਹੜੀ ਫੌਜ ਸੀ ਕੋਈ ਸਿੱਖ ਰਿਆਸਤ, ਕੁਝ ਸਿੱਖ ਸੂਰਮੇ ਸਨ, ਉਹ ਨਹੀਂ ਸੀ ਦੇਣਾ ਚਾਹੁੰਦੇ। ਇੱਥੇ ਸਤ ਸੰਗਤ ਜੀ ਗਦਰ ਸ਼ੁਰੂ ਹੋ ਗਿਆ, ਲੜਾਈ ਸ਼ੁਰੂ ਹੋਈ। ਉਸ ਵੇਲੇ ਸਤ ਸੰਗਤ ਜੀ ਭਾਈ ਸਾਹਿਬ ਕਹਿੰਦੇ ਅਸੀਂ ਭਾਈ ਇਹ ਕਥਾ ਰਚ ਰਹੇ ਸੀ। ਜਦੋਂ ਇਹ ਕਥਾ ਰਚ ਰਹੇ ਸੀ ਇੱਕਦਮ ਲੁੱਟਮਾਰ ਸ਼ੁਰੂ ਹੋ ਗਈ ਕੈਂਥਲ ਵਿੱਚ। ਭਾਉ ਉਤਪਾਤ ਮਹਾਨ, ਬੜੇ ਉਪੱਦਰ ਹੋਏ ਸ਼ਹਿਰ ਵਿੱਚ, ਝਗੜੇ, ਬੜੀ ਲੂਟ ਕਪਥਲ ਵਿਖੇ। ਕਪਥਲ ਕੈਂਥਲ ਦੇ ਵਿੱਚ ਲੁੱਟ ਮੱਚ ਪਈ। ਮਿਲੇ ਜੋਰ ਬਟਪਾਰ, ਚੋਰ ਇਕੱਠੇ ਹੋ ਗਏ, ਕੋਈ ਡਾਕੂ ਇਕੱਠੇ ਹੋ ਗਏ, ਮਿਲ ਕੇ ਇੱਕ ਦੂਜੇ ਲੋਕਾਂ ਨੂੰ ਲੁੱਟਣ ਲੱਗ ਗਏ। ਆਪ ਕੋ ਭੱਜ ਚਲੇ, ਸਭ ਨੂੰ ਆਪੋ ਆਪਣੀ ਪੈ ਗਈ, ਆਪੋ ਆਪਣਾ ਬਚਾਅ ਕਰਦੇ ਆ ਭੱਜ ਕੇ। ਤਾਜਪੁਰ ਸਭ ਇੱਕ ਬਾਰ, ਇੱਕ ਵਾਰੀ ਤਾਂ ਕੈਂਥਲ ਸੁੰਨੀ ਕਰਕੇ ਰੱਖ ਦਿੱਤੀ, ਸਭ ਛੱਡ ਗਏ। ਸਿੰਘ ਫਰੰਗੀ ਗਏ ਲਏ, ਜਿਹੜੇ ਸਿੰਘ ਸੀ ਰਿਆਸਤ ਦੇ ਉਹ ਫਰੰਗੀ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਏ। ਕੈਦ ਕਰੇ ਵਤਸ਼ੀਨ, ਉਹਨਾਂ ਦੇ ਘਰ ਸ਼ੀਨ ਲੈ ਖੋਹ ਲਏ, ਕੈਦ ਕਰ ਲਏ। ਸੰਤਨ ਕੇ ਅਸਥਾਨ ਪੀ, ਹੋਰ ਤਾਂ ਹੋਰ ਅੰਗਰੇਜ਼ਾਂ ਨੇ ਜਿਹੜੇ ਸਾਧੂ ਸੰਤਾਂ ਦੇ ਡੇਰੇ ਸੀ ਉਹਨਾਂ ਤੇ ਵੀ ਸੀਨ ਮੋਹਰ ਲਾ ਦਿੱਤੀ, ਉਹਨਾਂ ਤੋਂ ਵੀ ਪਰਚੋਨਾ ਕੀਤੀਆਂ, ਤਲਾਸ਼ੀਆਂ ਕੀਤੀਆਂ। ਲੂਟ ਕੂਟ ਪੈ ਦੀਨ, ਉੱਥੋਂ ਵੀ ਸਾਧੂਆਂ ਸੰਤਾਂ ਨੂੰ ਵੀ ਭੈ ਦਿੱਤਾ ਫੌਜ ਨੇ, ਅੰਗਰੇਜ਼ ਜੀ ਨੇ ਲੁੱਟਿਆ ਕੁਛ। ਅਸ ਅਪਦਾ ਕੇ ਦਿਨਨ ਮਹਿ, ਇਹੋ ਜਿਹੇ ਬਿਪਤਾ ਦੇ ਦਿਨ ਸੀ ਸਾਧ ਸੰਗਤ ਜੀ। ਸਤਿਗੁਰ ਭਏ ਸਹਾਇ, ਮੇਰੇ ਸਤਿਗੁਰੂ ਜੀ ਸਹਾਇਕ ਹੋਏ। ਜਿੱਥੇ ਮੈਂ ਜਿਹੜੀ ਹਵੇਲੀ 'ਚ ਰਹਿੰਦਾ ਸੀ ਮੇਰੇ ਕੋਲੇ ਕੋਈ ਨਹੀਂ ਆਇਆ, ਮਹਾਰਾਜ ਨੇ ਮੇਰੀ ਹੱਥ ਦੇ ਕੇ ਰੱਖਿਆ ਕੀਤੀ। ਭਇਓ ਨਾ ਬਾਂਕੋ ਬਾਰ ਪੀ, ਮੇਰਾ ਬਾਲ ਵੀ ਵਿੰਗਾ ਨਹੀਂ ਹੋਇਆ। ਦੇ ਦੇ ਹੱਥ ਬਚਾਏ, ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਦੇ ਕੇ ਆਪਣਾ ਹੱਥ ਦੇ ਕੇ ਮੈਨੂੰ ਬਚਾਇਆ। ਕਿਉਂ ਦੇਸ਼ੀ ਆਪਨ ਬਰਾਨ ਨਰ, ਸਾਰੇ ਜਿੰਨੇ ਸੀ 4 ਛਪੇਰੇ ਆਪਣੇ ਵੀ ਬਗਾਨੇ ਬਣ ਗਏ, ਕੋਈ ਕਿਸੇ ਦਾ ਸਹਾਇਤਾ ਨਹੀਂ ਸੀ ਕਰਦਾ। ਦੁਸ਼ਮਨ ਭੇਤ ਸਕਾਲ, ਸਾਰੇ ਹੀ ਦੁਸ਼ਮਣ ਬਣ ਗਏ। ਮਮ ਰਸ਼ਾ ਸਤਿਗੁਰ ਕਰੀ, ਸਾਡੀ ਤਾਂ ਸਤਿਗੁਰੂ ਸਾਖਿਆਤ ਹੋ ਗਏ, ਕਲਗੀਧਰ ਪਾਤਸ਼ਾਹ ਨੇ ਰੱਖਿਆ ਕੀਤੀ। ਸਭ ਮੈਂ ਬਿਦਤ ਹਵਾਲ, ਇਹ ਸਾਰੇ ਵਿੱਚ ਪ੍ਰਗਟ ਹੀ ਹਾਲ ਹੈ ਕਿ ਮੇਰਾ ਬਾਲ ਬਿੰਗਾ ਨਹੀਂ ਹੋਇਆ। ਮੈਂ ਗੁਰੂ ਕੀ ਕਥਾ ਪੂਰੀ ਕੀਤੀ। ਸਾਵਨ ਮੈਂ ਇਸ ਗ੍ਰੰਥ ਕੀ, 1900 ਸੰਮਤ ਸੀ, ਸਾਉਣ ਦੇ ਮਹੀਨੇ ਇਹ ਗ੍ਰੰਥ ਪੂਰਾ ਲਿਖਿਆ ਗਿਆ। ਭਈ ਸਮਾਪਤ ਆਏ, ਜੋ ਗੁਰਸਿੱਖੋ ਸਮਾਪਤੀ ਹੋ ਗਈ। ਮਹਾਰਾਜ ਨੇ ਮੇਰੀ ਸੁਣ ਲਈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹ ਕਥਾ ਮੈਂ ਸਮਾਪਤ ਕਰ ਦਿੱਤੀ। ਮਹਾਰਾਜ ਨੇ ਦਿਖਾ ਦੀ ਮੇਰੇ ਕੋਲੋਂ। ਬਿਗਨ ਬਿਰੰਦ ਤੇ ਬਚ ਰਹੇ, ਬੇਅੰਤ ਬਿਗਨ ਪੈਣੇ ਸੀ, ਬਿਗਨਾਂ ਤੋਂ ਮੈਂ ਬਚ ਰਿਹਾ। ਸ੍ਰੀ ਕਰਤਾਰ ਸਹਾਏ, ਕਰਤਾ ਪੁਰਖ ਵਾਹਿਗੁਰੂ ਆਪ ਹੀ ਸਾਡਾ ਸਹਾਇਕ ਹੋਇਆ। ਦਾਸ ਜਾਣ ਕਰ ਆਪਨੋ, ਆਪਣਾ ਮੈਨੂੰ ਨਾਮ ਧਨੀਕ ਦਾਸ ਜਾਣ ਕੇ ਜੁਗ ਲੋਕਨ ਸੁਖ ਦੇਨ, ਔਰ ਦੋਨਾਂ ਲੋਕਾਂ ਦੇ ਸੁਖ ਦੇਣ ਵਾਸਤੇ ਰਾਖੇ ਦੇ ਕਰ ਹੱਥ ਗੁਰ, ਕਿਰਪਾ ਦੇ ਕਰ ਹੱਥ ਦੇ ਕੇ ਰੱਖਿਆ ਤੇ ਸੇਵਾ ਮੇਰੇ ਤੋਂ ਲੈ ਲਈ। ਮੈਨੂੰ ਮਹਾਰਾਜ ਨੇ ਲੋਕ ਪਰਲੋਕ ਦਾ ਸੁਖ ਦੇਣਾ ਸੀ। ਇਹ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਹੈ। ਭਈ ਕੁਸ਼ਲ ਸਭ ਚੈਨ, ਮੈਨੂੰ ਸ਼ਾਂਤੀ ਸੁਖ ਸ਼ਾਂਤੀ ਰਹੀ ਸਾਰਿਆਂ ਪੱਖਾਂ ਤੋਂ। ਸਤ ਸੰਗਤ ਜੀ ਹੁਣ 2058 ਸੰਮਤ ਹੈ। 107 ਸੰਗੀ 60 ਸਾਲ ਹੋਣ ਵਾਲੇ ਸਮਝੋ। 158 ਸਾਲ ਇਹ ਕਥਾ ਨੂੰ ਸਤ ਸੰਗਤ ਜੀ ਹੋ ਗਏ ਹਨ ਵਿਚਾਰੀ ਨੂੰ। ਹੁਣ ਤੱਕ ਸਤ ਸੰਗਤ ਜੀ ਪੰਥ ਦੇ ਅੰਦਰ ਇਹੀ ਜੀ ਕਥਾ ਕਿਤੇ ਸਤ ਸੰਗਤ ਜੀ ਲੱਭਣ ਨੂੰ ਨਹੀਂ ਹੈ। ਜਿਹੀ ਜੀ ਰਸਦਾਇਕ ਕਥਾ ਹੈ। ਭਾਈ ਸਾਹਿਬ ਸੰਤੋਖ ਸਿੰਘ ਜੀ ਦਰਜੀਆਂ ਦੇ ਘਰ ਦਾ ਜਨਮ ਸੀ। ਖਾਲਸੇ ਦੀ ਕਾਹਦੀ ਜਾਤ ਪਾਤ ਹੈ। ਦੇਵਾ ਸਿੰਘ ਪਿਤਾ ਸੀ। ਬੂੜੀਏ 'ਚ ਰਿਹਾ ਕਰਦੇ। ਬੂੜੀਆ ਰਿਆਸਤ ਸੀ, ਛੋਟਾ ਜਿਹਾ ਪੁਰਾਣਾ ਪਿੰਡ ਹੈ। ਇੱਥੋਂ ਸਤ ਸੰਗਤ ਜੀ ਜਦੋਂ ਪੜ੍ਹਨ ਦੀ ਇੱਛਾ ਹੋਈ, ਪਿਤਾ ਵੀ ਸਤ ਸੰਗਤ ਅੰਮ੍ਰਿਤਸਰ ਨਾਲ ਹੀ ਚਲਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇ ਸਮੇਂ
ਸੰਤ ਸਿੰਘ ਜੀ ਸਤ ਸਿੰਘ ਜੀ ਹੈੱਡ ਗ੍ਰੰਥੀ ਸੀ ਹਰਿਮੰਦਰ ਸਾਹਿਬ, ਉਹਨਾਂ ਕੋਲੋਂ ਵਿੱਦਿਆ ਪੜ੍ਹੀ। ਹੋਰ ਵੀ ਗ੍ਰੰਥ ਸਾਹਿਬ ਸਿੰਘ ਜੀ ਵਿਦਵਾਨਾਂ ਕੋਲ ਪੜ੍ਹੇ, ਬੇਅੰਤ ਵਿਦਵਾਨ ਬਣ ਕੇ ਉਸ ਤੋਂ ਬਾਅਦ ਇਹੋ ਜਿਹੇ ਪਰਉਪਕਾਰ ਭਾਈ ਗੁਰਸਿੱਖਾਂ ਨੇ ਕੀਤੇ। ਨਾਲ ਹੀ ਨਿਮਰਤਾ ਧਾਰੀ ਕਿ ਮਹਾਰਾਜ ਸਤਿਗੁਰੂ ਜੀ ਨੇ ਆਪ ਹੀ ਆਪਣਾ ਕਾਰਜ ਕਰਾਇਆ। ਉਸ ਤੋਂ ਬਾਅਦ ਇਹਦੇ ਹੱਕ ਹਕੂਕ ਆਪਦੇ ਕੋਲੇ ਨਹੀਂ ਰੱਖੇ, ਅਕਾਲ ਤਖਤ ਤੇ ਜਾ ਕੇ ਹੱਥ ਜੋੜ ਕੇ ਖਾਲਸਾ ਜੀ ਆਹ ਪੁਸਤਕ ਸਾਂਭ ਲਿਓ, ਅਰਦਾਸ ਕਰਦੇ ਹੋ ਮਹਾਰਾਜ ਮੇਰੀ ਘਰ ਨਾ ਥਾਏ ਪਾਉਣ। ਕੋਈ ਮੇਰ ਨਹੀਂ ਰੱਖੀ। ਉਸ ਤੋਂ ਬਾਅਦ ਥੋੜ੍ਹੇ ਜਿਹੇ ਚਿਰ ਬਾਅਦ ਸਤਿਗੁਰੂ ਜੀ ਆਪ ਜੀ ਪਰਲੋਕ ਗਮਨ ਕਰ ਗਏ। ਇਸੇ ਪਰਉਪਕਾਰ ਵਾਸਤੇ ਮਹਾਰਾਜ ਨੇ ਖੋਨੀ ਭੇਜੇ ਸੀ। ਐਸੀ ਸਤਿਗੁਰੂ ਜੀ ਰਸਮਈ ਕਥਾ ਹੈ ਜਿੱਥੇ ਅੱਜ ਵਰਤਮਾਨ ਸਮੇਂ ਵਿੱਚ ਵੀ ਸੰਗਤਾਂ ਥਾਂ ਤੋਂ ਸ਼ਰਧਾਲੂ ਤਾਂ ਭਾਈ ਲਾਹਾ ਲੈਂਦੇ ਹਨ, ਲੇਕਿਨ ਜਿਹੜੇ ਚਾਰ ਅੱਖਰ ਮੇਰੇ ਵਰਗੇ ਪੜ੍ਹ ਜਾਂਦੇ ਆ ਤਰਕਵਾਦੀ, ਉਹ ਸਤ ਸੰਗਤ ਜੀ ਬਹੁਤ ਨੁਕਸ ਕੱਢਦੇ ਹਨ। ਉਹ ਨੁਕਸ ਕੱਢਣ ਵਾਲਿਆਂ ਨੂੰ ਉਹਨਾਂ ਨੂੰ ਫਲ ਮਿਲੇਗਾ। ਸ਼ਰਧਾਲੂਆਂ ਨੂੰ ਭਾਈ ਜਿਨ੍ਹਾਂ ਨੇ ਕਥਾ ਸੁਣ ਰਸ ਮੰਨਣਾ, ਗੁਰੂ ਕੇ ਚਰਨਾਂ 'ਚ ਬਿਰਤੀ ਜੋੜਨੀ ਹੈ, ਗੁਰਬਾਣੀ ਦਾ ਰਸ ਮੰਨਣਾ, ਉਹਨਾਂ ਨੂੰ ਮਹਾਰਾਜ ਨੇ ਉਹ ਫਲ ਦੇ ਦੇਣਾ ਹੈ। ਇਉਂ ਸਤ ਸੰਗਤ ਜੀ ਇਹ ਕਥਾ ਸੰਪੂਰਨ ਹੋਈ। ਭਾਈ ਉਦੇ ਸਿੰਘ ਜੀ ਬੜੇ ਸ਼ਰਧਾਲੂ ਸਤ ਸੰਗਤ ਜੀ ਰਾਜੇ ਸੀ। ਪੰਡਤਾਂ ਦਾ ਵਿਦਵਾਨਾਂ ਦਾ ਉਦੋਂ ਜ਼ੋਰ ਸੀ। ਇਹ ਘਨਾਨੰਦ ਪੰਡਤ ਹੋਇਆ, ਉਹਨੇ ਸਤ ਸੰਗਤ ਜੀ ਜਪਜੀ ਸਾਹਿਬ ਦਾ ਟੀਕਾ ਰਚ ਦਿੱਤਾ। ਟੀਕਾ ਕਾਹਦਾ ਕੀਤਾ? ਗੁਰੂ ਨਾਨਕ ਦੇਵ ਜੀ ਨਿੰਦਿਆ ਕੀਤੀ ਵਿੱਚ, ਮੰਨੈ ਮੱਗ ਨਾ ਚੱਲੇ ਪੰਥ। ਕਹਿੰਦੇ ਗੁਰੂ ਨਾਨਕ ਦੇਵ ਤਾਂ ਅਨਪੜ੍ਹ ਸੀਗੇ। ਆਹ ਦੇਖੋ, ਨਾਲੇ ਮੱਗ ਨੌ ਰਸਤੇ ਦਾ, ਨਾਲੇ ਪੰਥ ਨੌ ਰਸਤੇ ਦਾ ਹੁੰਦਾ। ਇਹ ਦੋ ਦੋ ਅੱਖਰ ਕਿਵੇਂ ਜੁੜ ਗਏ ਇੱਥੇ? ਜਦੋਂ ਸਤ ਸੰਗਤ ਜੀ ਟੀਕਾ ਉਹ ਭਾਈ ਉਦੇ ਸਿੰਘ ਦੇ ਹੱਥ 'ਚ ਆਇਆ, ਭਾਈ ਉਦੇ ਸਿੰਘ ਨੇ ਭਾਈ ਸੰਤੋਖ ਸਿੰਘ ਨੂੰ ਦਿੱਤਾ। ਭਾਈ ਸਾਹਿਬ ਗੁਰੂ ਘਰ ਵਿੱਚ ਐਂ ਵੀ ਹੈ ਬਾਤ। ਜਦੋਂ ਦੇਖਿਆ ਸਤ ਸੰਗਤ ਜੀ, ਇਹਨਾਂ ਨੇ ਫਿਰ ਟੀਕਾ ਜਪਜੀ ਸਾਹਿਬ ਦੇ ਗਰਭ ਗੰਜਨੀ ਉਹਦਾ ਨਾਂ ਰੱਖਿਆ। ਗਰਭ ਹੰਕਾਰ ਨੂੰ ਕੱਟਣ ਵਾਲਾ, ਵੀ ਪੰਡਤ ਦੇ ਹੰਕਾਰ ਨੂੰ ਕੱਟ ਕੇ ਦਿਖਾਈਏ। ਸਤ ਸੰਗਤ ਜੀ ਇਹਨਾਂ ਨੇ ਉਹ ਗਰਭ ਗੰਜਨੀ ਟੀਕਾ ਰਚਿਆ। ਨਾਲੇ ਉਹ ਪੰਡਤ ਨੂੰ ਸਮਤ ਦਿੱਤੀ ਕਿ ਤੇਰੀ ਅਕਲੀ ਪੰਡਤ ਜੀ ਟਿਕਾਣੇ ਨਹੀਂ ਹੈ। ਗੁਰੂ ਨਾਨਕ ਦੇਵ ਜੀ ਤਾਂ ਹਰਦਾਸ ਪ੍ਰੋਤ ਨੂੰ ਕਹਿਣਾ ਪਿਆ, ਜਿਹੜਾ ਵਿਦਵਾਨ ਸੀ ਪੜ੍ਹਾਉਣ ਵਾਲਾ ਬੱਚਿਆਂ ਨੂੰ, ਇਹ ਕਰਤਾ ਵਿਦਿਆ ਕੇ ਜਾਲਾ, ਇਸ ਪੜ੍ਹਨੇ ਕੇ ਪਵੋ ਨਾ ਖਿਆਲਾ। ਇਹ ਬਾਬਾ ਕਾਲੂ ਜੀ, ਇਹ ਗੁਰੂ ਨਾਨਕ ਦੇਵ ਦੇ ਪੁੱਤਰ ਦੇ ਪੜ੍ਹਾਉਣ ਦੇ ਖਿਆਲ 'ਚ ਨਾ ਪਏ। ਜਾਰੀ ਦੁਨੀਆ ਦੀ ਵਿਦਿਆ ਇਹ ਰਚਣ ਵਾਲੇ ਇਹੀ ਨੇ, ਤੇ ਤੂੰ ਕਹਿਣਾ ਅਨਪੜ੍ਹ ਸੀ ਮਹਾਰਾਜ ਜੀ। ਇਉਂ ਸਤ ਸੰਗਤ ਜੀ ਭਾਈ ਸਾਹਿਬ ਨੇ ਸੰਤੋਖ ਸਿੰਘ ਜੀ ਨੇ ਸਤ ਸੰਗਤ ਜੀ ਮਿਲ ਕੇ ਉਦੇ ਸਿੰਘ ਨੇ ਪਰਉਪਕਾਰ ਕੀਤਾ। ਜਿੰਨੀ ਸੇਵਾ ਸੀ ਸਤ ਸੰਗਤ ਜੀ ਉਹਨਾਂ ਦੀ, ਹੋਰ ਨਾਲੇ ਕਾਗਜ਼ ਪੱਤਰ ਸਭ ਸਹਾਇਤਾ ਕੀਤੀ। ਜਗ੍ਹਾ ਸਤ ਸੰਗਤ ਜੀ ਦਿੱਤੀ, ਸੋਹਣੀਆਂ ਸਹੂਲਤਾਂ। ਇਹਨਾਂ ਨੇ ਸਤ ਸੰਗਤ ਜੀ ਇਹ ਪਰਉਪਕਾਰ ਕਰਕੇ ਗੁਰੂ ਕੀ ਕਥਾ ਸੰਪੂਰਨ ਕਰ ਦਿੱਤੀ। ਮਹਾਰਾਜ ਕਿਰਪਾ ਕਰੇ, ਜਿੰਨਾ ਚਿਰ ਭਾਈ ਪੰਥ ਦੇ ਅੰਦਰ ਸ਼ਰਧਾ ਭਾਵਨਾ ਹਰੀ ਭਰੀ ਹੈ, ਉਹਨਾਂ ਚਿਰ ਗੁਰਬਾਣੀ ਦਸਵੇਂ ਪਾਤਸ਼ਾਹ ਦੀ, ਆਦਿ ਗੁਰੂ ਗ੍ਰੰਥ ਸਾਹਿਬ ਦੀ ਐਸੀਆਂ ਜਿਹੜੀਆਂ ਕਥਾ ਹਨ ਗੁਰਮਤਿ ਦੇ ਅਨੁਕੂਲ ਰਚੀਆਂ ਗਈਆਂ, ਇਹ ਭਾਈ ਖਜ਼ਾਨਾ ਗੁਰੂ ਕਾ ਹੈ। ਇਹਦਾ ਸੰਗਤਾਂ ਲਾਹਾ ਲੈਂਦੀਆਂ ਰਹਿਣਗੀਆਂ। ਲਾਹਾ ਲੈਣਾ ਕਿੱਥੇ ਹੈ? ਜਿੱਥੇ ਬੈਠੇ ਆ ਭਾਈ ਇੱਥੇ ਹੀ ਲੈਣਾ ਹੈ। ਕਿਤੇ ਘੁੰਮ ਕੇ ਆ ਜਾਓ, ਇਹ ਖਜ਼ਾਨਾ ਸਤ ਸੰਗਤ ਜੀ ਆਪਣਾ ਹੈ। ਸਭ ਕੁਝ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾ। ਘਰ ਵਿੱਚ ਸਭ ਕੁਝ ਹੈ, ਜਿਹੜਾ ਭਾਈ ਬਾਹਰ ਜਾ ਕੇ ਭਾਲੇਗਾ ਉਹਨੂੰ ਨਹੀਂ ਮਿਲੇਗਾ। ਬੇਅੰਤ ਸਤ ਸੰਗਤ ਜੀ ਇਸੇ ਦਰਸ਼ਾਂਤ ਪ੍ਰਮਾਣ ਆਉਂਦੇ ਹਨ। ਕੋਈ ਬਾਣੀਆਂ ਦਾ ਪੁੱਤਰ ਸੀ, ਬਾਣੀਆਂ ਮਰਨ ਲੱਗਾ, ਕੋਲੇ ਖਬਰਾਂ ਸਾਰ ਵਾਲੇ ਬੈਠੇ, ਸੋਚਦਾ ਪੁੱਤ ਨੂੰ ਮੈਂ ਕੋਈ ਕਈ ਗੱਲਾਂ ਦੱਸਣੀਆਂ ਸੀ ਭੇਤ ਵਾਲੀਆਂ, ਹੁਣ ਮੈਂ ਕਿਵੇਂ ਦੱਸਾਂ? ਪੁੱਤਰ ਕਹਿੰਦਾ ਪਿਤਾ ਕੋ ਦੱਸ ਜਾ। ਹੁਣ ਮਾਇਆ ਕਿੱਥੇ ਦੱਸੇ? ਵੀ ਜੇ ਮੈਂ ਦੱਸਦੀ ਇਹ ਮੇਰੇ ਪੁੱਤਰ ਨੂੰ ਸੁੱਤੇ ਨੇ ਰਹਿ ਜਾਣਾ, ਉਹ ਲੋਕਾਂ ਨੇ ਕੱਢ ਕੇ ਲੈ ਜਾਣੀ ਆ। ਕਹਿੰਦਾ ਪੁੱਤਰ ਮੇਰੀ ਅਖੀਰ ਦੀ ਸਿੱਖਿਆ ਸੁਣ ਲੈ, ਛਾਵੇਂ ਛਾਵੇਂ ਦੁਕਾਨ ਤੇ ਜਾਈ, ਕਿਸੇ ਨੂੰ ਦੇ ਕੇ ਮੰਗੀ ਨਾ, ਤੇ ਇੱਕ ਮਿੱਠਾ ਖਾਈ। ਇਹ ਤਿੰਨ ਸਿੱਖਿਆ ਦੇਤੀਆਂ। ਉਸ ਤੋਂ ਬਾਅਦ ਫੇਰ ਕਿਹਾ, ਫੇਰ ਵੀ ਤੈਨੂੰ ਜੇ ਘਾਟਾ ਪੈ ਜੇ ਨਾ ਕਿਤੇ, ਤਾਂ ਤੂੰ ਥੰਮ ਸ਼ਾਹ ਤੋਂ ਕਰਜ਼ਾ ਲੈ ਲਈ। ਫੇਰ ਤੈਨੂੰ ਜੇ ਫੇਰ ਵੀ ਘਾਟਾ ਪੈ ਜੇ ਤਾਂ ਮਸੀਤ ਪੁੱਟਣੀ। ਐ ਇਸ਼ਾਰੇ ਕਰ ਦਿੱਤੇ। ਬਾਣੀਆਂ ਚੜ੍ਹਾਈ ਕਰ ਗਿਆ। ਪੁੱਤ ਲੋਲਾ ਰੱਖਿਆ ਹੋਇਆ ਸੀ, ਉਹਨੇ ਤਾਂ ਜਿਉਂ ਸਤ ਸੰਗਤ ਜੀ ਬਾਣੀਆਂ ਦਾ ਪੈਸਾ ਜਿੰਨਾ ਕੁ ਸੀ ਉਹਦੇ ਹੱਥ 'ਚ, ਦੁਕਾਨ ਥਾਈ ਚੰਦੋਏ ਡਾ ਦਿੱਤੇ। ਸਤ ਸੰਗਤ ਚਾਨਣੀਆਂ ਖਰਚ ਬੜਾ ਕੀਤਾ। ਲੋਕ ਕਹਿੰਦੇ ਵੀ ਆਹ ਕੀ ਬਣਿਆ?
ਕਹਿੰਦੇ ਵੀ ਆਹ ਕਿਵੇਂ ਲਾਇਆ? ਕਹਿੰਦਾ ਮੇਰੇ ਪਿਤਾ ਨੇ ਕਿਹਾ ਦੁਕਾਨ ਨੂੰ ਛਾਵੇਂ ਛਾਵੇਂ ਜਾਈ, ਕਿਹਾ ਤੁਸੀਂ ਵੀ ਤੜਕੇ ਜਾਈ, ਗਾਹਕ ਨਾ ਮੁੜ ਜਾਵੇ। ਇਹ ਥੋੜੋ ਵੀ 10 ਵਜੇ ਤੂੰ ਦੁਕਾਨ ਖੋਲੇ ਸਵੇਰੇ ਉੱਠੇ ਹੀ ਨਾ। ਉਸ ਤੋਂ ਬਾਅਦ ਕਹਿੰਦੇ ਮਿੱਠਾ ਖਾਈ, ਮਿੱਠਾ ਖਾਣ ਲੱਗੇ ਫੋੜੇ ਫਿਣਸੀਆਂ ਦਾ ਰੋਗੀ ਬਣ ਗਿਆ। ਕਹਿੰਦੇ ਦੇ ਕੇ ਮੰਗੀ ਨਾ, ਇਹ ਬਾਣੀਆਂ ਕੋਲੇ ਬਹੀ ਹੁੰਦੀ ਹੈ, ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਜਦ ਵਿਆਜ ਦੂਣਾ ਲਾ ਲੈਣਾ ਅਗਲਾ ਨੱਠਿਆ ਆਉਂਦਾ ਮੋੜਨ ਵਾਸਤੇ, ਉਹ ਮੰਗਿਆ ਕਰੇ ਹੀ ਨਾ, ਘਾਟਾ ਪੈ ਗਿਆ। ਥੰਮਸ਼ਾਹ ਕੋਲ ਸਤ ਸੰਗੀ ਇਸ ਨਾਂ ਦਾ ਸ਼ਹਿਰ ਵਿੱਚ ਇੱਕ ਸ਼ਾਹੂਕਾਰ ਸੀ, ਉਹਦੇ ਕੋਲੋਂ ਕਰਜ਼ਾ ਲੈ ਲਿਆ। ਹੁਣ ਕਰਜ਼ਾ ਕਿੰਨਾ ਕੁ ਚਿਰ ਦੇਊ ਸਤ ਸੰਗੀ ਕੋਈ? ਉਹਨੇ ਵੀ ਜਵਾਬ ਦੇ ਦਿੱਤਾ। ਫਿਰ ਜਦੋਂ ਘਾਟਾ ਪਿਆ ਕਿ ਮਸੀਤ ਪੁੱਟ ਲਈ, ਇਹਨਾਂ ਦੇ ਘਰ ਦੇ ਗਮਾਂਢ ਮਸੀਤ ਸੀ, ਜਾ ਕੇ ਕਹੀ ਚੱਕ ਕੇ ਮਾਰੀ ਜੜਾਂ 'ਚ। ਜਦੋਂ ਕਹੀ ਮਲਾਣਿਆਂ ਨੇ ਫੜ ਕੇ ਕੁੱਟਿਆ, ਸਾਰੇ ਰੌਲਾ ਪੈ ਗਿਆ ਕਿ ਬਾਣੀਆਂ ਤਾਂ ਬੜਾ ਨੇਕ ਸੀ, ਬੜਾ ਲਾਇਕ ਸੀ, ਪੁੱਤ ਨਲਾਇਕ ਨਿਕਲ ਗਿਆ। ਜਦ ਨੂੰ ਸੱਚ ਨਹੀਂ ਕੋਈ ਦੋਸਤ ਸੀ ਬਾਣੀਏ ਦਾ, ਉਹ ਆਇਆ, ਕਹਿੰਦਾ ਪੁੱਤਰ ਜਿਹਾ ਜਿਹਾ ਮੇਰੇ ਦੋਸਤ ਦਾ ਪੁੱਤਰ ਹੋ ਜਾ ਤੂੰ, ਤੇਰੀ ਬਦਨਾਮੀ, ਤੇਰਾ ਤਾਂ ਪੁੱਤ ਪਿਓ ਲਾਇਕ ਸੀ। ਕਹਿੰਦਾ ਮੇਰੇ ਪੁੱਤ ਨੇ ਤਾਂ ਪਿਓ ਨੇ ਤਾਂ ਮੈਨੂੰ ਤਬਾਹ ਕਰਤਾ ਪੁੱਠੀ ਸਿੱਖਿਆ ਦੇ ਕੇ। ਕਹਿੰਦੇ ਨਹੀਂ। ਕਹਿੰਦਾ ਕੀ ਸਿੱਖਿਆ ਦੇ ਗਿਆ ਤੇਰਾ ਪਿਤਾ? ਘਰ ਆ ਗਿਆ, ਦੱਸ। ਕਹਿੰਦਾ ਮੇਰੇ ਪਿਓ ਨੇ ਕਿਹਾ ਸੀ ਛਾਵੇਂ ਦੁਕਾਨ ਤੇ ਜਾਈ, ਕਿੰਨਾ ਖਰਚ ਕਰਾਤਾ ਮੇਰੇ ਕੋਲ। ਕਹਿੰਦੇ ਛਾਵੇਂ ਤੈਨੂੰ ਕਿਹਾ ਸੀ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਜਾਈ, ਇਹ ਨਾ ਵੀ ਤੂੰ ਚੁਦੋਇਆ ਤੇ ਲਾਦੀ ਖਰਚ ਕਰਦੀ। ਕਹਿੰਦੇ ਫਿਰ ਮਿੱਠਾ ਖਾਈ, ਕਿ ਦੁਕਾਨਦਾਰ ਜੇ ਮਿੱਠਾ ਨਾ ਬੋਲੇ ਤਾਂ ਗਾਹਕ ਨਹੀਂ ਖੜਦਾ। ਤੈਨੂੰ ਮਿੱਠਾ ਬੋਲਣ ਨੂੰ ਕਿਹਾ ਸੀ ਕਿ ਗੁੜ ਸ਼ੱਕਰ ਖਾਣ ਨੂੰ ਕਿਹਾ ਸੀ? ਦੇ ਕੇ ਮੰਗੀ ਨਾ, ਤੈਨੂੰ ਇਹ ਕਿਹਾ ਸੀ ਬਈ ਬਹੀ ਦੇ ਤੇ ਵਿਆਜ ਲਾ ਲਿਆ ਕਰੀ, ਤੈਨੂੰ ਇਹ ਤਾਂ ਨਹੀਂ ਵੀ ਮੰਗਣਾ ਹੀ ਨਹੀਂ, ਗਾਹਕ ਤੋਂ ਪੈਸੇ ਤਾਂ ਲੈਣੇ ਹੀ ਨੇ। ਕਹਿੰਦੇ ਫਿਰ ਥੰਮਸ਼ਾਹ ਕੋਲ ਮੈਨੂੰ ਕਰਜ਼ਾ। ਕਹਿੰਦੇ ਚੰਗਾ ਇਉਂ ਕਰ, ਬਾਹਰਲਾ ਵਿਹੜੇ ਦਾ ਦਰਵਾਜ਼ਾ ਬੰਦ ਕਰਿਆ, ਆਹ ਦੇਖ ਆਪਦੇ ਥੰਮਲੇ ਕੋਲੋਂ ਪੱਟ। ਜੋ ਥੰਮਲੇ ਕੋਲੋਂ ਪੱਟਿਆ, ਸੱਤ ਸੰਗੀ ਇੱਕ ਗਾਗਰ ਚਾਂਦੀ ਦੇ ਰੁਪਈਆਂ ਦੀ, ਇੱਕ ਗਾਗਰ ਸੋਨੇ ਦੀਆਂ ਮੋਹਰਾਂ ਦੀ। ਕਹਿੰਦੇ ਆਹ ਦੇਖ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਪਨਾਹੀ, ਤੇਰੇ ਘਰ ਵਿੱਚ ਆ ਕਿ ਨਹੀਂ? ਫੇਰ ਕਹਿੰਦੇ ਮਸੀਤ ਮੇਰੇ ਪਿਓ ਨੇ ਕਿਉਂ ਅਸੀਂ ਕਿ ਪੱਟੀ ਮੈਨੂੰ ਕੁੱਟ ਪਈ, ਮੇਰੇ ਤੁਰਕਾਂ ਨੇ ਕੁੱਟਿਆ। ਕਹਿੰਦੇ ਕੋਈ ਨਹੀਂ, ਮੈਂ ਅੱਜ ਘਰੇ ਹੀ ਆ। ਰਾਤ ਰਿਹਾ। ਜਦੋਂ ਸੱਤ ਸੰਗੀ ਸਵੇਰ ਹੋਇਆ ਤਾਂ ਮਸੀਤ ਦੀ ਛਾਂ ਵਿਹੜੇ 'ਚ ਆ ਗਈ ਉਹਨਾਂ ਦੇ। ਕਹਿੰਦੇ ਲੈ ਕਾਕਾ, ਆ ਜਿੱਥੇ ਮਸੀਤ ਦੀ ਛਾਂ ਆਈ ਆ ਨਾ, ਇੱਥੋਂ ਪੱਟ ਤੂੰ, ਦਰਵਾਜ਼ੇ ਬੰਦ ਕਰ ਲੈ, ਕੋਈ ਆਪ ਨਾ ਜਾਵੇ। ਜਦੋਂ ਪੱਟਿਆ ਤਾਂ ਸੱਤ ਸੰਗੀ ਕੜਾਹਾ ਹੀ ਸੀ ਪੁਰਾਣੇ ਪਿਓ ਦਾਦੇ ਦਾ ਜਮ੍ਹਾਂ ਕੀਤਾ ਹੋਇਆ ਧਨ ਦਾ, ਵਿੱਚ ਹੀ ਮੋਹਰਾਂ, ਵਿੱਚ ਹੀ ਚਾਂਦੀ ਦੇ ਰੁਪਈਏ। ਕਹਿੰਦਾ ਢੱਕ ਲਾ ਹੁਣ ਜਿੰਨਾ ਮਰਜ਼ੀ ਸੁਣਦੇ। ਇਹ ਤਾਂ ਸੀ ਭਾਈ ਸਾਖੀ, ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ। ਗੁਰੂ ਸਾਹਿਬ ਜੀ ਕਹਿੰਦੇ ਆ ਛਾਵੇਂ ਸੰਗਤ 'ਚ ਆਉਣਾ ਭਾਈ। ਇਹ ਨਹੀਂ ਵੀ ਦੁਪਹਿਰੇ ਟੇਕ ਲਾਂਗੇ ਮੱਥਾ, ਅੰਮ੍ਰਿਤ ਵੇਲੇ ਸਾਜਰੇ ਸੱਚ ਨਹੀਂ ਗੁਰੂ ਕੀ ਸ਼ਰਨ 'ਚ ਆਉਣਾ। ਔਰ ਕੌੜਾ ਨਹੀਂ ਬੋਲਣਾ, ਮਿੱਠਾ ਬੋਲਣਾ ਇੱਥੇ। ਅੱਛਾ ਦੇ ਕੇ ਮੰਗਣਾ ਨਹੀਂ, ਜਿਵੇਂ ਉਹਨੂੰ ਕਿਹਾ ਸੀ ਬਈ ਇਹ ਨਹੀਂ ਵੀ ਧੇਲੀ ਦਾਨ ਕੀਤੀ ਤਾਂ ਮੰਗਦੇ ਹੀ ਤੁਰੇ ਜਾਣਾ, ਸੰਤੋਖ ਰੱਖਣਾ ਹੈ। ਮਹਾਰਾਜ ਨੇ ਕਿਹਾ ਸਤ ਸੰਤੋਖ ਰਹੋ ਜਨ ਭਾਈ, ਖਿਮਾ ਗਹੋ ਸਤਿਗੁਰ ਸਰਨਾਈ, ਆਤਮ ਚੀਨ ਪ੍ਰਾਤਮ ਚੀਨੋ, ਗੁਰ ਸੰਗਤ ਮਹਿ ਨਿਸਤਾਰਾ ਹੈ। ਦੇਖ ਲਓ ਸਾਧਨ ਥੱਲੇ ਤੋਂ ਲੈ ਕੇ ਨਾ ਉੱਤੇ ਤੱਕ ਇੱਕ ਪੰਕਤੀ ਜੀ ਸਤ ਸੰਗੀ ਤੁਹਾਨੂੰ ਗਿਆਨ ਦੇ ਦਿੱਤਾ। ਪਹਿਲਾਂ ਸਤ ਸੰਤੋਖ ਰਹੋ ਜਨ ਭਾਈ, ਇਹੋ ਜਿਹਾ ਗੁਰੂ ਵੀ ਇਹੋ ਜਿਹਾ ਭਾਈ ਕਹਿ ਕੇ ਤੁਹਾਨੂੰ ਉਪਦੇਸ਼ ਦਿੰਦਾ। ਪਹਿਲਾਂ ਤਾਂ ਗੁਰੂ ਸਾਹਿਬ ਦਾ ਪਰਉਪਕਾਰ ਹੈ, ਹੇ ਚੇਲਾ ਕਹਿ ਕੇ ਸਾਰੀ ਦੁਨੀਆ ਉਪਦੇਸ਼ ਦਿੰਦੀ। ਸਤ ਸੰਤੋਖ ਰਹੋ ਜਨ ਭਾਈ, ਹੇ ਭਾਈ ਸੱਚ ਬੋਲਿਆ ਕਰੋ ਔਰ ਸੰਤੋਖੀ ਰਿਹਾ ਕਰੋ ਭਾਈ। ਖਿਮਾ ਗਹੋ ਸਤਿਗੁਰ ਸਰਨਾਈ, ਸਤਿਗੁਰ ਜੀ ਸ਼ਰਨ ਆ ਕੇ ਜੇ ਕੋਈ ਕਿਸੇ ਨੂੰ ਫਿੱਕਾ ਬਚਣਾ ਖਿਮਾ ਕਰਿਆ ਕਰੋ। ਜਦ ਖਿਮਾ ਕਰਨੀ ਝਗੜਿਆਂ ਦਾ ਨਾਂ ਹੀ ਨਹੀਂ ਆ, ਫਿਰ ਕੀ ਹੋਊਗਾ? ਆਤਮ ਚੀਨ ਪਰ ਆਤਮ ਚੀਨੋ। ਆ ਜਿਹੜਾ ਸੱਚਾ ਰੂਪ ਕਹਿੰਦੇ ਆਪਣਾ ਉਪਦੇਸ਼ ਦੇ ਕੇ ਮਹਾਰਾਜ ਦੱਸ ਦਿੰਦੇ ਹਨ, ਤੁਸੀਂ ਪਹਿਲਾਂ ਆਪਣੇ ਆਤਮ ਸਰੂਪ ਨੂੰ ਪਛਾਣ ਲਓਗੇ ਗੁਰਬਾਣੀ ਦੁਆਰਾ, ਫਿਰ ਪਰਮਾਤਮ ਚੀਨੋ, ਵਾਹਿਗੁਰੂ ਨੂੰ ਹੀ ਜਾਣ ਲਓਗੇ। ਗੁਰ ਸੰਗਤ ਮੈਂ ਨਿਸਤਾਰਾ ਹੈ। ਇਹ ਜੋ ਕੁਛ ਮਿਲੇਗਾ ਗੁਰੂ ਕੀ ਸੰਗਤ ਵਿੱਚੋਂ ਮਿਲੇਗਾ। ਦੱਸੋ ਭਾਈ, ਇਹ ਕਿਸੇ ਗਿਆਨੀ ਧਿਆਨੀ ਦੀ ਸਿੱਖਿਆ ਹੈ? ਇਹ ਗੁਰੂ ਸਾਹਿਬ ਦੀ ਗੁਰਬਾਣੀ ਦੀ ਸਿੱਖਿਆ ਹੈ। ਇਹਦੇ ਤੇ ਕੋਈ ਕਿਸੇ ਦਾ ਕਿੰਤੂ ਨਹੀਂ ਹੋ ਸਕਦਾ, ਭਾਵੇਂ ਕੋਈ ਟੋਕਾ ਟਾਕੀ ਨਹੀਂ ਹੋ ਸਕਦੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਐਸੀ ਭਾਈ ਅੰਮ੍ਰਿਤ ਬਈ ਸਿੱਖਿਆ ਹੋਵੇ, ਉਹ ਤੋਂ ਅਸੀਂ ਕਿਉਂ ਖੁੰਝੀਏ। ਇਸੇ ਤਰ੍ਹਾਂ ਸੰਗਤ 'ਚ ਆਉਣਾ ਛਾਵੇਂ
ਦੇ ਕੇ ਕੋਈ ਭੇਟਾ ਮੰਗਣਾ ਨਹੀਂ, ਤੇ ਮੂੰਹੋਂ ਫਿੱਕੇ ਬਚਨ ਨਹੀਂ ਬੋਲਣਾ, ਮਿੱਠਾ ਬੋਲਣਾ ਇੱਥੇ ਆ ਕੇ। ਨਾਲ ਹੀ ਥੰਮ ਸ਼ਾਹ ਨੂੰ ਜਰੂਟ ਪੁੱਟ ਦੇਣਾ, ਜਿਹੜਾ ਹੰਕਾਰ ਅੰਦਰ ਥੰਮ ਵਾਂਗੂ ਵੜਿਆ ਹੋਇਆ। ਫਿਰ ਨਾਮ ਧਨ ਅੰਦਰੋਂ ਆਪੇ ਹੀ ਸਤ ਸੰਗੀ ਪ੍ਰਗਟ ਹੋਵੇਗਾ। ਜਿੰਨਾ ਚਿਰ ਹੰਕਾਰ ਹੈ ਉਹਨਾਂ ਚਿਰ ਅੰਦਰੋਂ ਕੀ ਭਾਲ ਲਾਂਗੇ ਆਪਾਂ। ਸੁਖੀ ਬਸੇ ਮਸਕੀਨੀਆਂ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਥੰਮ ਸ਼ਾਹ ਹੰਕਾਰ ਨੂੰ ਪੱਟ ਦੇਣ। ਉਸ ਤੋਂ ਬਾਅਦ ਧਨ ਤਾਂ ਅੰਦਰ ਹੀ ਹੈ ਨਾਮ ਦਾ, ਮਹਾਰਾਜ ਦੀ ਕਿਰਪਾ ਨਾਲ ਫਿਰ ਵਿਚਾਰ ਰੂਪੀ ਕਹੀ ਨਾਲ ਹਉਮੈ ਦੀ ਮੁਸੀਬਤ ਪੱਟ ਦੇਣੀ ਆ ਅੰਦਰੋਂ। ਹਉਮੈ ਵੀ ਅੰਦਰ ਬੜੀ ਭਾਰੀ ਹੈ, ਇਹ ਪੱਟ ਦਿਆਂਗੇ ਤਾਂ ਫਿਰ ਭਾਈ ਧਨ ਹੀ ਧਨ ਹੈ। ਸਿੱਖਿਆ ਤਾਂ ਮਿਲੀ ਪਰ ਪੁੱਠੀ ਧਾਰਨ ਕੀਤੀ। ਜਦੋਂ ਪ੍ਰੇਮੀ ਨੇ ਉਹਦੇ ਪਿਓ ਦੇ ਦੋਸਤ ਨੇ ਆ ਕੇ ਭੇਤ ਦੱਸ ਦਿੱਤਾ ਤਾਂ ਸਤ ਸੰਗਤ ਜੀ ਉਹ ਮਾਲਾ ਮਾਲ ਹੋ ਗਿਆ ਬਾਣੀਆਂ ਦਾ ਪੁੱਤਰ। ਇਸੇ ਤਰ੍ਹਾਂ ਜਦੋਂ ਭਾਈ ਸੰਗਤ ਚਾਵਾਂਗੇ ਇਹ ਚੀਜ਼ਾਂ ਸਾਰੀਆਂ ਪਰੇ ਹੋ ਜਾਣਗੀਆਂ। ਆਪਾਂ ਵੀ ਗੁਰਸਿੱਖ ਵੀ ਕਦੇ ਗਰੀਬ ਹੋਇਆ ਹੈ, ਤਦੇ ਸਤ ਸੰਗੀ ਸਾਧੂ ਇੱਕ ਦੂਜੇ ਨੂੰ ਆਓ ਮਹਾਰਾਜ ਜੀ। ਨਿੰਗ ਸਿੰਘ ਕਹਿਣਗੇ ਆਓ ਪਾਤਸ਼ਾਹੋ। ਗੁਰੂ ਮਹਾਰਾਜ ਪਾਤਸ਼ਾਹ ਦੇ ਪਾਤਸ਼ਾਹ ਹਨ, ਤੁਹਾਨੂੰ ਸਾਰਿਆਂ ਨੂੰ ਭਾਈ ਪਾਤਸ਼ਾਹੀ ਦਿੱਤੀ ਹੋਈ ਹੈ। ਐਸੇ ਸਤਿਗੁਰੂ ਜੀ ਦੀ ਸਤ ਸੰਗਤ ਜੀ ਸਿੱਖਿਆ ਔਰ ਉਪਦੇਸ਼ ਹੈ। ਭੁੱਲਾਂ ਚੁੱਕਾਂ ਮਾਫ ਕਰਨੀਆਂ, ਸਤਿਗੁਰੂ ਜੀ ਕਿਰਪਾ ਕਰਨ। ਐਸੇ ਭਾਈ ਪਰਉਪਕਾਰੀ ਗੁਰਸਿੱਖ ਪੰਥ ਦੇ ਅੰਦਰ ਜੇ ਨਵੇਂ ਪ੍ਰਗਟ ਹੁੰਦੇ ਰਹਿਣਗੇ ਤਾਂ ਸੰਗਤਾਂ ਹਰੀ ਕਾਇਮ ਰਹਿਣਗੀਆਂ। ਪਰ ਇਹ ਸਾਰਿਆਂ ਨੂੰ ਨੇਚਾ ਰੱਖਣਾ ਚਾਹੀਏ, ਕਦੇ ਭੁਲੇਖਾ ਨਾ ਪਾ ਜਿਓ। ਆਪਾਂ ਕਹਿ ਦਿੰਦੇ ਆ ਬਈ ਆਹ ਫੁਲਵਾੜੀ ਕਿਉਂ ਸੁੱਕ ਗਈ, ਇਹਦਾ ਮਾਲੀ ਮਰ ਗਿਆ, ਇਹਦਾ ਮਾਲੀ ਇੱਥੋਂ ਚਲਿਆ ਗਿਆ। ਆਹ ਫੁਲਵਾੜੀ ਦਾ ਮਾਲੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਮਹਾਰਾਜ ਨੇ ਬਚਨ ਕੀਤੇ ਹੋਏ ਨੇ ਅਸੀਂ ਇਹ ਸੰਗਤ ਦੇ ਵਿੱਚ ਹਾਜ਼ਰ ਰਹਾਂਗੇ। ਇਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ। ਆਪ ਸਵਾਰ ਹੈ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋਏ ਸਭ ਜਗ ਤੇਰਾ ਹੋਏ। ਆਪਾਂ ਆਪਣੇ ਆਪ ਨੂੰ ਸੁਧਾਰ ਲਈਏ, ਫਿਰ ਸਤ ਸੰਗੀ ਆਪਾਂ ਇੱਕ ਵੀ ਰਹਾਂਗੇ ਔਰ ਗੁਰੂ ਸਾਹਿਬ ਵੀ ਪ੍ਰਸੰਨ ਹੋਣਗੇ। ਇੱਥੇ ਵਿਸਰਾਮ ਦਿੰਦਾ ਸਤ ਸੰਗਤ ਜੀ। ਮਹਾਰਾਜ ਨੇ ਕਿਰਪਾ ਕੀਤੀ, ਇਹ ਕਥਾ ਸੰਪੂਰਨ ਹੋਈ। ਲੱਖ ਲੱਖ ਮੇਰੀ ਸਤ ਸੰਗੀ ਸੰਗਤ ਦਾ ਧੰਨਵਾਦ। ਸਤਿਗੁਰੂ ਜੀ ਦੇ ਸਦਾ ਹੀ ਰਹਿਣੀ ਹੈ ਭਾਈ। ਵਾਹਿਗੁਰੂ ਜੀ।